एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आदि सच जुगाद सच है भी सच नानक होसी भी सच जो बिद होती मेरे सतगुरा साबिद तुम हर जानो आपे हम रुलते फिरते कोई बात न पूछता गुर सतगुर संग कीरे हम थापे धन धन गुरु नानक सतगुर जी राम जित मिलिया चूके सब सोग संतापे जेता जियो पिंड सब तेरा तू अंतर जामी पुरख भगवान दासन दास कहे जन नानक जिहा तू कराए तिहा हो करी वख्याना दासन दास कह जन नानक जिहा तू कराए तिहा हो करी वख्याना। सतनाम श्री वाहिगुरु साहिब जी। एका माई जुगत व्याई तिन चेले परवान एक संसारी एक भंडारी एक लाए दीवान। एका माई जुगत व्याई तिन चेले परवान एक संसारी एक भंडारी एक लाए दीवान। वाहिगुरु जी का खालसा वाहिगुरु जी की फतेह। धन सतगुरु श्री गुरु ग्रंथ साहिब जी महाराज सच्चे पातशाह जी की कृपा रहमत बख्शिश दा सदका सतगुरु सच्चे पातशाह जी की पावन हजूरी अंदर अमृत वेले तो दीवान सजे हुए दीवान दे विच रोजाना की तरह पंज बाणियां दे नितनेम श्री सुखमनी साहिब जी के पाठ आशा जी की वार का कीर्तन होया। वडभागी जना ने इस सुभागे समय का लाह प्राप्त किया। अमृत वेले की सार संभाल अमृतमई गुरबाणी का नितनेम अमृतमई गुरबाणी का कीर्तन कह के ते सुन के अपने आप नूं वडभागी बनाउण दा गुरसिखां ने यतन किया।
ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਾਨੂੰ ਹੋਰ ਵੀ ਮਤ ਬੁੱਧ ਬਖਸ਼ਿਸ਼ ਕਰਨ ਕਿ ਆਪਣੀ ਜ਼ਿੰਦਗੀ ਦਾ ਆਧਾਰ ਆਸਰਾ ਹੋਰ ਵੀ ਨਾਮ ਬਾਣੀ ਪੜ੍ਹ ਕੇ ਸੁਣ ਕੇ ਸਿਮਰਨ ਕਰਕੇ ਸ਼ੁਭ ਗੁਣਾਂ ਦੀ ਦਾਤ ਦੇ ਕਰਕੇ ਨਿਹਾਲ ਕਰਨ। ਸਿੱਖ ਅਖੀਰਲੇ ਸਵਾਸਾਂ ਤੱਕ ਆਪਣੇ ਗੁਰੂ ਸਾਹਿਬ ਜੀ ਤੋਂ ਮੰਗਦਾ ਰਹਿੰਦਾ ਹੈ। ਕੀ ਮੰਗਦਾ ਹੈ? ਵਿਸਰ ਨਾਹੀਂ ਦਾਤਾਰ। ਸੱਚੇ ਪਾਤਸ਼ਾਹ ਤੁਸੀਂ ਦਾਤਾਂ ਦੇਣ ਵਾਲੇ ਦਾਤੇ ਆ, ਮੈਂ ਕਦੇ ਆਪ ਜੀ ਨੂੰ ਭੁੱਲਾਂ ਨਾ। ਭਾਈ ਪਾਰੂ ਜੀ ਵਰਗੇ ਗੁਰਸਿੱਖ ਜਦੋਂ ਵੀ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਆਉਂਦੇ ਤੇ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਨਾਮ ਬਾਣੀ ਮੰਗਦੇ ਸਨ। ਸਵਾਸ ਸਵਾਸ ਸਿਮਰਨ ਕਰਨਾ, ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਨੀ। ਫਿਰ ਸੱਚੇ ਪਾਤਸ਼ਾਹ ਮੇਰੇ ਤੇ ਹੋਰ ਕਿਰਪਾ ਕਰੋ। ਕੀ ਕਿਰਪਾ? ਗੁਰਮੁਖ ਰੋਮ ਰੋਮ ਹਰ ਧਿਆਵੈ। ਸੱਚੇ ਪਾਤਸ਼ਾਹ ਰੋਮ ਰੋਮ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਯਾਦ ਕਰਨਾ, ਭੁੱਲਣਾ ਨਾ। ਫਿਰ ਸੱਚੇ ਪਾਤਸ਼ਾਹ ਜੀ ਦੇ ਪਾਸ ਆਏ ਤੇ ਸੱਚੇ ਪਾਤਸ਼ਾਹ ਜੀ ਮੇਰੇ ਤੇ ਹੋਰ ਕਿਰਪਾ ਕਰੋ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਹੁਤ ਭਾਈ ਪਾਰੂ ਜੀ ਤੇ ਪ੍ਰਸੰਨ ਹੋਏ। ਕਹਿਣ ਲੱਗੇ, ਭਾਈ ਪਾਰੂ, ਸਾਡੀ ਇਹ ਸੋਚ ਆ, ਸਾਡਾ ਫੁਰਨਾ ਹੈ ਕਿ ਤੈਨੂੰ ਗੁਰਤਾ ਗੱਦੀ ਦਾ ਮਾਲਕ ਬਣਾ ਦਈਏ। ਸਾਡੇ ਵਰਗਾ ਹੁੰਦਾ ਸ਼ਾਇਦ ਪਿਰਥੀ ਚੰਦ ਦੀ ਸੋਚ ਵਾਲਾ, ਧੀਰ ਮੱਲ ਦੀ ਸੋਚ ਵਾਲਾ ਜਾਂ ਰਾਮ ਰਾਏ ਦੀ ਸੋਚ ਵਾਲਾ ਮਨੁੱਖ ਹੁੰਦਾ ਤੇ ਝੱਟ ਉੱਠ ਕੇ ਖੜਾ ਹੋ ਜਾਂਦਾ ਕਿ ਸੱਚੇ ਪਾਤਸ਼ਾਹ ਹਾਂ ਠੀਕ ਹੈ ਜੋ ਤੁਸੀਂ ਕਿਹਾ। ਪਰ ਭਾਈ ਪਾਰੂ ਜੀ ਕਹਿਣ ਲੱਗੇ, ਨਹੀਂ ਸੱਚੇ ਪਾਤਸ਼ਾਹ, ਗੁਰਤਾ ਗੱਦੀ ਤਖਤ ਦੇ ਉੱਪਰ ਆਪ ਹੀ ਸੋਭ ਸਕਦੇ ਹਾਂ, ਸਾਡੇ ਵਰਗੇ ਨਹੀਂ। ਅਸੀਂ ਤੇ ਆਪ ਜੀ ਦਾ ਸਿੱਖ ਹੋਣ ਦਾ ਹੀ ਸੁਭਾਗ ਪ੍ਰਾਪਤ ਕਰ ਸਕਦੇ ਹਾਂ। ਸੱਚੇ ਪਾਤਸ਼ਾਹ ਗੁਰਤਾ ਗੱਦੀ ਦੇ ਤਖਤ ਉੱਪਰ ਆਪ ਹੀ ਸੋਭ ਸਕਦੇ, ਸਾਡੇ ਵਰਗੇ ਨਿਮਾਣੇ ਸਿੱਖ ਨਹੀਂ। ਤੇ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਫਿਰ ਇਸ ਤਰ੍ਹਾਂ ਕਰ, ਆਪਣਾ ਸਰੀਰ ਤਿਆਗ ਦੇ, ਸਾਡੇ ਵਿੱਚ ਅਭੇਦ ਹੋ ਜਾ। ਸੱਚੇ ਪਾਤਸ਼ਾਹ ਜੀ ਦਾ ਬਚਨ ਮੰਨਿਆ। ਭਾਈ ਪਾਰੂ ਜੀ ਆਪਣੇ ਘਰੇ ਗਏ, ਆਪਣੇ ਸਰੀਰ ਨੂੰ ਤਿਆਗ ਕਰਕੇ ਤੇ ਸਦਾ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਵਿੱਚ ਲੀਨ ਹੋ ਗਏ। ਜਿਸ ਤਰ੍ਹਾਂ ਕਿ ਪਾਵਨ ਗੁਰਬਾਣੀ ਦੇ ਬਚਨ ਹਨ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਇੱਕ ਦਰਿਆ, ਉਹਦਾ ਪ੍ਰਵਾਹ ਹਿਮਾਲਾ ਪਰਬਤ ਤੋਂ ਤੁਰਦਾ, ਪਹਾੜਾਂ ਦੇ ਨਾਲ ਠੋਕਰਾਂ ਖਾਂਦਾ ਪਰ ਰੁਕਦਾ ਨਹੀਂ। ਮੈਦਾਨੀ ਇਲਾਕੇ ਦੀ ਤਪਸ਼ ਸਹਾਰਦਾ ਪਰ ਰੁਕਦਾ ਨਹੀਂ। ਆਪਣੀ ਮੰਜ਼ਿਲ ਵੱਲ ਉਹ ਵੱਧਦਾ ਜਾਂਦਾ ਹੈ। ਇੱਕ ਦਿਨ ਆਪਣੀ ਮੰਜ਼ਿਲ ਦੀ ਸਫ਼ਰ ਨੂੰ ਉਹ ਤੈਅ ਕਰ ਲੈਂਦਾ, ਸਮੁੰਦਰ ਵਿੱਚ ਅਭੇਦ ਹੋ ਜਾਂਦਾ। ਜਦੋਂ ਉਹ ਦਰਿਆ ਵਗਦੇ ਦਾ ਪ੍ਰਵਾਹ ਸਮੁੰਦਰ ਵਿੱਚ ਪੈ ਜਾਂਦਾ ਤੇ ਕੋਈ ਪਛਾਣ ਨਹੀਂ ਸਕਦਾ ਕਿ ਕਿਹੜੀ ਨਦੀ ਦਾ ਪ੍ਰਵਾਹ ਹੈ। ਜਿਉਂ ਪਾਣੀ ਸੰਗ ਪਾਣੀ। ਇਸੇ ਤਰ੍ਹਾਂ ਪਰਮੇਸ਼ਰ ਦੇ ਪਿਆਰੇ ਦਾਤ ਮੰਗਦੇ ਇੱਕ ਨਾਮ ਦੀ, ਇੱਕ ਬਾਣੀ ਦੀ, ਕਿ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਸੱਚੇ ਪਾਤਸ਼ਾਹ ਸਾਡੇ ਮਨ ਦੇ ਚਾਹ ਪੈਦਾ ਹੋਵੇ। ਜਿਸ ਤਰ੍ਹਾਂ ਖਾਣ ਦਾ ਚਾਹ,
ਪਹਿਨਣ ਦਾ ਚਾਅ, ਫਿਰ ਚੰਗੀ ਜਗ੍ਹਾ ਤੇ ਰਹਿਣ ਦਾ ਚਾਅ, ਇਹਨਾਂ ਦੇ ਨਾਲ ਨਾਲ ਸੱਚੇ ਪਾਤਸ਼ਾਹ ਅਸੀਂ ਬੱਧਾ ਚੱਟੀ ਦੇ ਨਾਲ ਬਾਣੀ ਨਾ ਪੜ੍ਹੀਏ, ਚਾਅ ਦੇ ਨਾਲ ਬਾਣੀ ਪੜ੍ਹੀਏ, ਪ੍ਰੇਮ ਤੇ ਭਾਵਨਾ ਦੇ ਨਾਲ ਬਾਣੀ ਪੜ੍ਹੀਏ, ਬੱਧਾ ਚੱਟੀ ਦੇ ਨਾਲ ਸੱਚੇ ਪਾਤਸ਼ਾਹ ਨਾ ਪੜ੍ਹੀਏ। ਪ੍ਰੇਮ ਦੇ ਨਾਲ, ਚਾਅ ਦੇ ਨਾਲ, ਉਤਸ਼ਾਹ ਦੇ ਨਾਲ ਸੱਚੇ ਪਾਤਸ਼ਾਹ ਬਾਣੀ ਪੜ੍ਹੀਏ। ਚਾਅ ਦੇ ਨਾਲ ਅੰਮ੍ਰਿਤ ਵੇਲੇ ਜਾਗੀਏ, ਚਾਅ ਦੇ ਨਾਲ ਨਿਤਨੇਮ ਕਰੀਏ, ਤੇ ਚਾਅ ਦੇ ਨਾਲ ਗੁਰੂ ਦਰਬਾਰ ਵਿੱਚ ਆ ਕਰਕੇ ਆਪ ਜੀ ਦੀ ਸੰਗਤ ਕਰੀਏ, ਦਰਸ਼ਨ ਕਰੀਏ। ਤੇ ਜਿਹੜਾ ਕੰਮ ਅਸੀਂ ਚਾਅ ਦੇ ਨਾਲ ਕਰਾਂਗੇ ਨਾ, ਤੇ ਸੱਚੇ ਪਾਤਸ਼ਾਹ ਸਾਡੀ ਸ਼ੁਭ ਗੁਣਾਂ ਦੀ ਦਾਤ ਦੇ ਨਾਲ ਝੋਲੀ ਭਰਨਗੇ। ਤੇ ਜੇ ਬੱਧਾ ਚੱਟੀ, ਉਹ ਤੇ ਫਿਰ ਨਾ ਗੁਣ ਨਾ ਉਪਕਾਰ, ਉਹਦੇ ਨਾਲ ਕੁਝ ਵੀ ਨਹੀਂ। ਇੱਕ ਪੈਸੇ ਲੈ ਕਰਕੇ ਨਹੀਂ, ਸੱਚੇ ਪਾਤਸ਼ਾਹ ਭਾਵੇਂ ਸਾਡੇ ਘਰ ਵਿੱਚ ਗਰੀਬੀ ਹੈ, ਘਰ ਪਰਿਵਾਰ ਦੇ ਗੁਜ਼ਾਰੇ ਵਾਸਤੇ ਅਸੀਂ ਭੇਟਾਂ ਲੈਨੇ ਆ, ਪਰ ਫੇਰ ਵੀ ਮਨ ਦੇ ਵਿੱਚ ਚਾਅ ਹੋਵੇ, ਸੱਚੇ ਪਾਤਸ਼ਾਹ ਅਸੀਂ ਚਾਅ ਦੇ ਨਾਲ ਗੁਰਬਾਣੀ ਪੜ੍ਹੀਏ ਕਿ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਤਰਸ ਕੀਤਾ। ਗੁਰਸਿੱਖੀ ਬਾਣੀ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ। ਗੁਰਮੁਖੋ, ਇੱਕ ਰਾਜਸਥਾਨ ਦੇ ਵਿੱਚ ਗ੍ਰੰਥੀ ਸਿੰਘ ਹੁੰਦਾ ਸੀ। ਉਹਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਸੀ। ਉਹਨਾਂ ਜ਼ਮਾਨਿਆਂ ਵਿੱਚ ਗ੍ਰੰਥੀ ਸਿੰਘ ਨੂੰ ਅਖੰਡ ਪਾਠ ਦੀ ਭੇਟਾ 10 ਰੁਪਈਏ ਮਿਲਦੀ ਸੀ। 10 ਰੁਪਈਏ 10 ਰੁਪਈਏ ਭੇਟਾ ਮਿਲਣੀ ਤੋਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਗੁਜ਼ਾਰ ਹੋਣਾ। 10 ਰੁਪਈਆਂ ਦੇ ਵਿੱਚੋਂ 20 ਦਸਵੰਧ ਗੁਰੂ ਨੂੰ ਦੇਣਾ ਕਿ ਸੱਚੇ ਪਾਤਸ਼ਾਹ ਇਹ ਆਪ ਜੀ ਦਾ ਦਸਵੰਧ ਮੈਂ ਆਪਣੀ ਖੁਸ਼ੀ ਦੇ ਨਾਲ, ਜੇ ਕੋਈ ਸਾਡੀ ਵਰਗੀ ਸੋਚ ਵਰਗਾ ਮਨੁੱਖ ਹੁੰਦਾ ਤੇ ਕਹਿ ਦਿੰਦਾ 10 ਦੇ ਵਿੱਚੋਂ ਮੈਂ ਗੁਰੂ ਨੂੰ ਕੀ ਦੇਵਾਂ, ਮੇਰੀ ਭੇਟਾ 10 ਰੁਪਈਏ ਹੈ। ਆਮ ਤੌਰ ਤੇ ਤੁਸੀਂ ਗ੍ਰੰਥੀ ਸਿੰਘ ਨੂੰ ਕਿਸੇ ਨੂੰ ਪੁੱਛੋਗੇ ਨਾ, ਉਹ ਤੁਹਾਨੂੰ ਰੋਂਦੇ ਵੈਣ ਪਾਉਂਦੇ ਨਜ਼ਰ ਆਉਣਗੇ। ਕਦੇ ਨਹੀਂ ਕਹਿਣਗੇ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਸੰਗਤ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਕਹਿਣਗੇ ਨਹੀਂ, ਗੋਲਕ ਬੜੀ ਥੋੜੀ ਆ, ਇੱਥੇ ਚੜਾਵਾ ਬੜਾ ਥੋੜਾ ਹੈ, ਸੰਗਤ ਬੜੀ ਥੋੜੀ ਆਉਂਦੀ ਆ, ਮੈਂ ਇੱਥੇ ਗ੍ਰੰਥੀ ਨਹੀਂ ਰਹਿ ਸਕਦਾ, ਮੇਰੇ ਪਰਿਵਾਰ ਦਾ ਗੁਜ਼ਾਰਾ ਨਹੀਂ ਹੋਣਾ। ਜਦੋਂ ਕਿਸੇ ਨੇ ਕਿਹਾ ਵੀ ਤੈਨੂੰ ਇੱਥੇ ਗ੍ਰੰਥੀ ਰੱਖਣਾ, ਸਭ ਤੋਂ ਪਹਿਲਾਂ ਸਾਡਾ ਇਹ ਸਵਾਲ ਹੁੰਦਾ ਵੀ ਇੱਥੇ ਗੋਲਕ ਕਿੰਨੀ ਹੁੰਦੀ ਆ, ਸੌਦੇਬਾਜ਼ੀ, ਲੋਕ ਕਿੰਨੇ ਕਾਉਂਦੇ ਆ, ਇੱਥੇ ਦਿਨ ਦੇ ਵਿੱਚ ਆਟਾ ਕਿੰਨਾ ਕੁ ਹੁੰਦਾ ਹੈ। ਗੁਰਮੁਖੋ, ਇਹ ਸੌਦੇਬਾਜ਼ੀ ਹੈ, ਗੁਰੂ ਨਾਲ ਪਿਆਰ ਨਹੀਂ। ਕਿ ਜਿਹੜੇ 3 ਲੋਕਾਂ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜੇਕਰ ਮੈਂ ਇਹਨਾਂ ਦੀ ਸੇਵਾ ਕਰਾਂਗਾ, ਲੋਕ ਪਰਲੋਕ ਦੇ ਸੁੱਖ ਦੇਣ ਵਾਲੇ ਆ। ਸਮਰੱਥ ਗੁਰੂ ਹੈ, ਨਾ ਹੀ ਛੱਡਦਾ, ਨਾ ਹੀ ਡੁੱਬਦਾ, ਨਾ ਹੀ ਆਉਂਦਾ, ਨਾ ਹੀ ਜਾਂਦਾ, ਨਾ ਹੀ ਜੰਮਦਾ ਤੇ ਨਾ ਹੀ ਮਰਦਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੌਣ ਆ? ਨਿਰਗੁਣ ਆਪ ਹੋਈਆ ਤੇ ਸਰਗੁਣ ਸਰੂਪ ਹੋਈਆ। ਆਪਣੀ ਸ਼ਕਤੀ ਦੇ ਨਾਲ ਸਾਰੀ ਸ੍ਰਿਸ਼ਟੀ ਨੂੰ ਮੋਹਣ ਵਾਲਾ, ਸਾਰੀ ਸ੍ਰਿਸ਼ਟੀ ਨੂੰ ਦਾਤਾਂ ਦੇਣ ਵਾਲਾ। ਆਪਾਂ ਕਹਿ ਦਿੰਨੇ ਕਿ ਇਹ ਪਦਵੀ ਬਾਬਾ ਬੁੱਢਾ ਸਾਹਿਬ ਜੀ ਦੀ ਆ। ਗੁਰਮੁਖੋ, ਇਹ ਪਦਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਬਾਣ ਆਉਂਦੀ, ਸਾਡੇ ਵਰਗਿਆਂ ਨੂੰ ਨਹੀਂ। ਕਿਉਂ? ਸਾਡੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਵਾਲੇ ਗੁਣ ਨਹੀਂ। ਜਿਸ ਦਿਨ ਸਾਡੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਵਾਲੇ ਗੁਣ ਆ ਗਏ,
ਉਸ ਦਿਨ ਅਸੀਂ ਭੇਟਾ ਨਹੀਂ ਮੰਗਾਂਗੇ, ਗੁਰੂ ਕੋਲੋਂ ਮੰਗਾਂਗੇ। ਗੁਰੂ ਜੋ ਮੰਗਾਂਗੇ ਦਿੰਦਾ ਹੈ, ਜੋ ਇੱਛਾ ਧਾਰਨ ਕਰਾਂਗੇ ਸਾਡੀ ਇੱਛਾ ਪੂਰੀ ਕਰਦਾ ਹੈ। ਗੁਰਮੁਖੋ ਅਸੀਂ ਗੁਰੂ ਦੇ ਨਾਲ ਸੌਦੇਬਾਜ਼ੀ ਕੇ ਗੋਲਕ ਬੜੀ ਥੋੜੀ ਆ। ਬਹੁਤਾਤ ਗਿਣਤੀ ਵਿੱਚ ਗ੍ਰੰਥੀ ਸਿੰਘਾਂ ਨੂੰ ਤੁਸੀਂ ਵੈਣ ਪਾਉਂਦੇ ਰੋਂਦੇ ਵੇਖੋਗੇ ਵੀ ਨਹੀਂ ਇੱਥੇ ਕੋਈ ਆਉਂਦਾ ਹੀ ਨਹੀਂ। ਗੋਲਕ ਬੜੀ ਥੋੜੀ ਆ, ਤਨਖਾਹ ਬੜੀ ਥੋੜੀ ਆ, ਮੇਰਾ ਇਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ। ਤੇ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰਜਣਹਾਰ। ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਸਾਨੂੰ ਉਹਦੇ ਤੇ ਵਿਸ਼ਵਾਸ ਨਹੀਂ। ਜੇ ਕਿਤੇ ਕੋਈ ਬੁਲਾਰਾ ਸਟੇਜ ਤੇ ਕਿਸੇ ਨਗਰ ਇਲਾਕੇ ਵਿੱਚ ਪ੍ਰਚਾਰ ਕਰਨ ਵਾਸਤੇ ਆਉਂਦਾ, ਮਾੜਾ ਥੋੜੀ ਹੋਈ ਆ, ਤੇ ਫਿਰ ਕੀ ਕਹਿੰਦਾ, ਇਥੋਂ ਦੇ ਰਹਿਣ ਵਾਲੇ ਲੋਕ ਨਾਸਤਕਿਆ ਕਿਸੇ ਪ੍ਰਚਾਰਕ ਨੂੰ ਮਾਇਆ ਹੀ ਨਹੀਂ ਦਿੰਦੇ। ਇੱਕ ਵਾਰ ਇਸੇ ਇਲਾਕੇ ਦੇ ਵਿੱਚ ਅਸੀਂ ਅੰਮ੍ਰਿਤ ਸੰਚਾਰ ਕਰਨ ਵਾਸਤੇ ਆਏ। ਗਿਆਨੀ ਸਿੰਘ ਆਇਆ। ਇਹ ਨਹੀਂ ਵੀ ਪ੍ਰਚਾਰਕਾਂ ਨੂੰ ਆਪਾਂ ਮਾਇਆ ਨਹੀਂ ਦੇਣੀ, ਪਰ ਸਾਡਾ ਮਾਇਆ ਨਾਲ ਲਗਾ ਹੈ। ਉਹਨੇ ਕੋਈ 15-20 ਮਿੰਟ ਕਥਾ ਕੀਤੀ। ਪ੍ਰਬੰਧਕਾਂ ਨੇ ਲਿਫਾਫੇ 'ਚ ਪਾ ਕਰਕੇ ਉਹਨੂੰ 100 ਰੁਪਇਆ ਦਿੱਤਾ। 100 ਰੁਪਇਆ ਦਿੱਤਾ ਤੇ ਲਿਫਾਫਾ ਖੋਲਿਆ, ਉਹਨੇ ਸਾਰਿਆਂ ਨੂੰ ਵਿਖਾਇਆ, ਮੇਰੀ ਭੇਟਾ 100 ਰੁਪਇਆ, 100 ਰੁਪਇਆ ਤੇ ਮੇਰਾ ਤੇਲ ਦਾ ਖਰਚਾ ਹੋ ਗਿਆ। ਸਾਨੂੰ ਗੁਰੂ ਤੇ ਵਿਸ਼ਵਾਸ ਨਹੀਂ, ਸਿੱਖੀ ਤੇ ਵਿਸ਼ਵਾਸ ਨਹੀਂ, ਸਾਨੂੰ ਪੈਸੇ ਤੇ ਵਿਸ਼ਵਾਸ ਆ। ਤੇ ਗੁਰਮੁਖੋ ਜਿਹੜੇ ਗੁਰਮੁਖ ਪਿਆਰੇ ਹੁੰਦੇ ਆ, ਉਹ ਮਾਇਆ ਗੁਜਰਾਨ, ਗੁਜ਼ਾਰੇ ਜੋਗੀ ਮਾਇਆ, ਮਾਇਆ ਦੇ ਨਾਲ ਲਾਲਚ ਨਹੀਂ, ਮਾਇਆ ਦੇ ਨਾਲ ਲਗਾ ਨਹੀਂ, ਉਹ ਮੰਗਦੇ ਵੀ ਨਹੀਂ। ਤੇ ਸੱਚੇ ਪਾਤਸ਼ਾਹ ਜਦੋਂ ਮੰਗਦੇ ਨਹੀਂ ਨਾ, ਆਪਣੇ ਸਿੱਖ ਦੀ ਹਰ ਤਰ੍ਹਾਂ ਦੀ ਖਵਾਇਸ਼ ਪੂਰੀ ਕਰਦੇ ਆ, ਹਰ ਇੱਕ ਤਰ੍ਹਾਂ ਦੀ ਇੱਛਾ ਕਰਦੇ ਆ। ਜੇਕਰ ਆਪਾਂ ਮਨ ਬਾਣੀ ਸਰੀਰ ਕਰਕੇ ਆਪਣੇ ਇਸ਼ਟ ਨਾਲ ਜੁੜ ਗਏ ਤੇ ਸਾਡੀ ਸੋਚ ਤੇ ਗੋਲਕ ਤੇ ਖਲੋਤੀ ਹੈ, ਸਾਡੀ ਸੋਚ ਭੇਟਾ ਤੇ ਖਲੋਤੀ ਹੈ ਕਿ ਸਾਨੂੰ ਭੇਟਾ ਬੜੀ ਥੋੜੀ ਮਿਲੀ ਹੈ। ਗੋਲਕ ਦੇ ਵਿੱਚ ਪੈਸੇ ਬੜੇ ਥੋੜੇ ਨਿਕਲਦੇ ਆ, ਮਾਇਆ ਬਿਨਾ ਗੁਜ਼ਾਰਾ ਵੀ ਨਹੀਂ, ਪਰ ਮਾਇਆ ਸਭ ਕੁਝ ਪ੍ਰਾਪਤੀ ਵੀ ਨਹੀਂ। ਜਿਨ੍ਹਾਂ ਨੇ ਅਰਬਾਂ ਖਰਬਾਂ ਪੈਸਾ ਇਕੱਠਾ ਕੀਤਾ, ਗੁਰਮੁਖੋ ਉਹ ਪੈਸਾ ਧਰਤੀ ਤੇ ਇਕੱਠਾ ਕੀਤਾ ਤੇ ਧਰਤੀ ਤੇ ਛੱਡ ਗਏ, ਨਾਲ ਨਹੀਂ ਲੈ ਕੇ ਗਏ। ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਕਿ ਜਥਾ ਲਾਭ ਤਥਾ ਸੰਤੁਸ਼ਟ। ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਮੁਕਤਸਰ ਸਾਹਿਬ ਦਾ ਜੰਗ ਕੀਤਾ ਤੇ ਉਥੋਂ ਅੱਗੇ ਚੱਲੇ। ਅੱਗੇ ਭਾਈ ਡੱਲੇ ਦੀ ਰਿਆਸਤ ਸ਼ੁਰੂ ਹੋਣ ਲੱਗੀ ਹੈ। ਪਿਛਲੀ ਰਿਆਸਤ ਤੋਂ ਸੱਚੇ ਪਾਤਸ਼ਾਹ ਲੰਘਣ ਲੱਗੇ ਆ। ਮਾਲਵੇ ਦੇ ਬਰਾੜਾਂ ਨੇ ਕਲਗੀਧਰ ਪਾਤਸ਼ਾਹ ਦੇ ਘੋੜੇ ਦੀਆਂ ਵਾਗਾਂ ਫੜ ਲਈਆਂ। ਕਿਉਂ ਵਾਗਾਂ ਫੜੀਆਂ? ਕਿ ਸੱਚੇ ਪਾਤਸ਼ਾਹ ਸਾਡੀ ਤਨਖਾਹ ਦਿਓ, ਅਸੀਂ ਘਰਾਂ ਨੂੰ ਜਾਣਾ। ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ, ਸਿੰਘੋ ਖਜ਼ਾਨਾ ਮਸਤਾਨਾ, ਜਦੋਂ ਖਜ਼ਾਨਾ ਉਹ ਤਨਖਾਹਾਂ ਦੇਵਾਂਗੇ। ਨਹੀਂ ਸੱਚੇ ਪਾਤਸ਼ਾਹ ਇਹ ਸਾਡੀ ਰਿਆਸਤ ਮੁੱਕ ਚੱਲੀ ਆ, ਅੱਗੇ ਭਾਈ ਡੱਲੇ ਦੀ ਰਿਆਸਤ ਸ਼ੁਰੂ ਹੋ ਜਾਣੀ, ਉਹ ਤੁਹਾਡਾ ਸਿੱਖ ਆ, ਉੱਥੇ ਸਾਨੂੰ ਸਾਡੀ ਤਨਖਾਹ ਨਹੀਂ ਮਿਲਣੀ। ਗੁਰਮੁਖੋ ਗੁਰੂ ਦੇ ਨਾਲ ਜ਼ਬਰਦਸਤੀ ਧੱਕਾ ਕੀਤਾ, ਵਾਗਾਂ ਫੜ ਲਈਆਂ, ਨਹੀਂ ਅੱਗੇ ਨਹੀਂ ਜਾਣ ਦੇਣਾ। ਤੇ ਸੱਚੇ ਪਾਤਸ਼ਾਹ ਉੱਥੇ ਰੁਕੇ, ਗੁਪਤ ਖਜ਼ਾਨਾ ਪੁੱਟਿਆ ਸੱਚੇ ਪਾਤਸ਼ਾਹ ਨੇ। ਉੱਥੇ ਗੁਪਤਸਰ ਸਾਹਿਬ ਗੁਰਦੁਆਰਾ ਬਣਿਆ, ਉੱਥੇ 3 ਪਿੰਡਾਂ ਦੀ ਹੱਦ ਰਲਦੀ ਆ, ਛਤਿਆਣਾ,
ਸੁਫਨਾ ਤੇ ਸਾਹਿਬ ਚੰਦ, ਇਹਨਾਂ ਤਿੰਨਾਂ ਪਿੰਡਾਂ ਦੀ ਹੱਦ ਰਲਦੀ ਆ ਜਿੱਥੇ ਕਲਗੀਧਰ ਪਾਤਸ਼ਾਹ ਦੇ ਘੋੜੇ ਦੀਆਂ ਬਰਾੜ ਸਿੱਖਾਂ ਨੇ ਵਾਗਾਂ ਫੜੀਆਂ ਸਨ ਕਿ ਨਹੀਂ ਸੱਚੇ ਪਾਤਸ਼ਾਹ ਸਾਡੀ ਤਨਖਾਹ ਦਿਓਗੇ ਅੱਗੇ ਜਾਣ ਦੇਵਾਂਗੇ, ਵਰਨਾ ਅਸੀਂ ਅੱਗੇ ਜਾਣ ਨਹੀਂ ਦੇਣਾ। ਤੇ ਸੱਚੇ ਪਾਤਸ਼ਾਹ ਗੁਰਸਿੱਖਾਂ ਦੀ ਭਾਵਨਾ ਵੇਖੀ, ਉਹਨਾਂ ਦੀ ਜਿੱਦ ਵੇਖੀ ਤੇ ਸੱਚੇ ਪਾਤਸ਼ਾਹ ਨੇ ਗੁਪਤ ਖਜ਼ਾਨਾ ਪੁੱਟਿਆ। ਉਹਨਾਂ ਬਰਾਦਰੀ ਦੇ ਲੋਕਾਂ ਨੂੰ ਸੱਚੇ ਪਾਤਸ਼ਾਹ ਨੇ ਤਨਖਾਹਾਂ ਦਿੱਤੀਆਂ। ਫਿਰ ਤਨਖਾਹਾਂ ਵੀ ਦੋਹਰੀਆਂ ਸਾਰਿਆਂ ਨੇ ਲਈਆਂ। ਇੱਕ ਤੇ ਸੱਚੇ ਪਾਤਸ਼ਾਹ ਮੇਰੀ ਤੇ ਇੱਕ ਮੇਰੇ ਨੌਕਰ ਦੀ, ਮੈਂ ਘਰੇ ਕੰਮ ਕਰਨ ਵਾਸਤੇ ਨੌਕਰ ਰੱਖਿਆ। ਤੁਹਾਡੇ ਨਾਲ ਮੈਂ ਜੰਗ ਕਰਨ ਵਾਸਤੇ ਆਇਆ, ਮੈਂ ਘਰੇ ਨੌਕਰ ਰੱਖ ਕੇ ਆਇਆ। ਸੱਚੇ ਪਾਤਸ਼ਾਹ ਨੇ ਦੂਰੀ ਤਨਖਾਹ ਸਾਰਿਆਂ ਨੂੰ ਦਿੱਤੀ। ਤੇ ਜਦੋਂ ਸਾਰੇ ਬਰਾੜਾਂ ਨੇ ਤਨਖਾਹਾਂ ਲਈਆਂ ਤੇ ਇੱਕ ਗੁਰਸਿੱਖ ਨੇ ਤਨਖਾਹ ਨਹੀਂ ਲਈ। ਉਹਦਾ ਨਾਂ ਸੀ ਭਾਈ ਦਾਨਾ। ਭਾਈ ਦਾਨੇ ਨੂੰ ਕਲਗੀਧਰ ਪਾਤਸ਼ਾਹ ਨੇ ਆਵਾਜ਼ ਮਾਰੀ, ਭਾਈ ਦਾਨਿਆ ਤੂੰ ਵੀ ਤਨਖਾਹ ਲੈ। ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਤਨਖਾਹ ਨਹੀਂ ਲੈਣੀ। ਭਾਈ ਦਾਨਿਆ ਆਪਣੀ ਬਰਾਦਰੀ ਸਰੀਕੇ ਭਾਈਚਾਰੇ ਤੋਂ ਵੱਖਰਾ ਨਹੀਂ ਹੋਈਦਾ। ਕਹਿਣ ਲੱਗਾ ਨਹੀਂ ਸੱਚੇ ਪਾਤਸ਼ਾਹ ਮੈਂ ਤਨਖਾਹ ਨਹੀਂ ਲੈਣੀ। 3 ਵਾਰ ਕਲਗੀਧਰ ਪਾਤਸ਼ਾਹ ਨੇ ਤਨਖਾਹ ਲੈਣ ਵਾਸਤੇ ਭਾਈ ਦਾਨੇ ਨੂੰ ਕਿਹਾ, ਪਰ 3 ਵਾਰ ਤਨਖਾਹ ਲੈਣ ਤੋਂ ਮਨਾ ਕਰ ਦਿੱਤਾ। ਸੱਚੇ ਪਾਤਸ਼ਾਹ ਮੈਂ ਤਨਖਾਹ ਨਹੀਂ ਲੈਣੀ। ਕੀ ਲੈਣਾ ਹੈ? ਸੱਚੇ ਪਾਤਸ਼ਾਹ ਮੈਂ ਸਿੱਖੀ ਲੈਣੀ, ਮੈਨੂੰ ਸਿੱਖੀ ਦੀ ਲੋੜ ਆ। ਤੇ ਕਲਗੀਧਰ ਪਾਤਸ਼ਾਹ ਨੇ ਉੱਥੇ ਖੁਸ਼ ਹੋ ਕਰਕੇ, ਪ੍ਰਸੰਨ ਹੋ ਕਰਕੇ ਬਚਨ ਕੀਤੇ ਸੀ, ਭਾਈ ਦਾਨਿਆ ਜੇ ਤੂੰ ਤਨਖਾਹ ਲੈ ਲੈਂਦਾ ਮਾਲਵੇ ਦੇ ਵਿੱਚੋਂ ਅੱਜ ਸਿੱਖੀ ਦੀ ਜੜ ਖਤਮ ਹੋ ਜਾਣੀ ਸੀ। ਤੂੰ ਮਾਲਵੇ ਵਿੱਚ ਸਿੱਖੀ ਰੱਖ ਲਈ ਆ। ਭਾਈ ਦਾਨਿਆ ਤੂੰ ਧੰਨਿਆ, ਤੇਰਾ ਨਾਮ ਵੀ ਦਾਨਾ, ਤੇਰੀਆਂ ਗੱਲਾਂ ਤੇਰੇ ਕੰਮ ਵੀ ਦਾਨਿਆਂ ਵਾਲੇ ਆ, ਤੂੰ ਭਾਈ ਦਾਨਾ। ਸੱਚੇ ਪਾਤਸ਼ਾਹ ਦੇ ਕੋਲੋਂ ਕੀ ਮੰਗਿਆ? ਸਿੱਖੀ ਮੰਗੀ ਸੀ, ਨਾਮ ਮੰਗਿਆ ਸੀ, ਭਾਵਨਾ ਮੰਗੀ ਸੀ। ਤੇ ਭਾਈ ਦਾਨੇ ਨੇ ਤਨਖਾਹ ਨਹੀਂ ਸੀ ਲਈ ਸੀ। ਗੁਰਮੁਖੋ ਇੱਕ ਮਾਲਵੇ ਦੇ ਲੋਕਾਂ ਦੀ ਰਵਾਇਤ ਹੁੰਦੀ ਸੀ, ਜਿਹੜੇ ਪੁਰਾਣੇ ਬਜ਼ੁਰਗ ਉਹ ਅੱਜ ਵੀ ਕਰਦੇ ਆ। ਭਾਈ ਦਾਨਾ ਜਿਹਦੀ ਦਾੜੀ ਰੱਖੀ ਸੀ ਤੇ ਸਿਰ ਮੁੰਨਿਆ ਸੀ, ਇਹ ਮਾਲਵੇ ਦੇ ਅਕਸਰ ਲੋਕ ਇਸ ਤਰ੍ਹਾਂ ਕਰਦੇ ਸੀ। ਤੇ ਕਲਗੀਧਰ ਪਾਤਸ਼ਾਹ ਨੇ ਭਾਈ ਦਾਨੇ ਦੇ ਸਿਰ ਦੇ ਕੇਸ ਰਖਾਏ। ਭਾਈ ਦਾਨੇ ਸਿਰ ਦੇ ਕੇਸ ਨਹੀਂ ਕਟਾਈ ਦੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਉਹ ਭਾਈ ਦਾਨਾ ਤੰਬਾਕੂ ਵੀ ਪੀਂਦਾ ਸੀ। ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਭਾਈ ਦਾਨਾ ਤੰਬਾਕੂ ਛੱਡ ਦੇ। ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰੇ ਪੇਟ ਵਿੱਚ ਕੀੜੇ ਆ, ਮੈਂ ਨਾ ਤੰਬਾਕੂ ਪੀਵਾਂ ਤੇ ਮੇਰੇ ਪੇਟ ਦਾ ਦਰਦ ਨਹੀਂ ਰੁਕਦਾ। ਤੇ ਸੱਚੇ ਪਾਤਸ਼ਾਹ ਨੇ ਕਿਹਾ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਾ, ਤੇਰੇ ਸਾਰੇ ਰੋਗ ਕੱਟੇ ਜਾਣਗੇ। ਕਲਗੀਧਰ ਪਾਤਸ਼ਾਹ ਦੇ ਬਚਨਾਂ ਅਨੁਸਾਰ ਭਾਈ ਦਾਨੇ ਨੇ ਕੇਸ ਤੇ ਦਾੜੀ ਰੱਖੇ। ਕਲਗੀਧਰ ਪਾਤਸ਼ਾਹ ਦੇ ਬਚਨ ਸੁਣ ਕਰਕੇ ਭਾਈ ਦਾਨੇ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਤੇ ਸੱਚੇ ਪਾਤਸ਼ਾਹ ਖੁਸ਼ ਹੋਏ, ਪ੍ਰਸੰਨ ਹੋਏ। ਭਾਈ ਦਾਨਿਆ ਤੇਰਾ ਨਾਮ ਵੀ ਦਾਨਾ, ਤੇਰੀਆਂ ਗੱਲਾਂ ਵੀ ਦਾਨਿਆਂ ਵਾਲੀਆਂ। ਭਾਈ ਦਾਨਿਆ ਤੇਰੀ ਅਮਿੱਟ ਯਾਦ ਦੁਨੀਆ ਤੇ ਰਵੇਗੀ, ਤੇਰੇ ਨਾਂ ਤੇ ਇੱਕ ਨਗਰ ਵਸੇਗਾ। ਭਾਈ ਦਾਨੇ ਦੇ ਨਾਮ ਤੋਂ ਦਾਨ ਸਿੰਘ ਵਾਲਾ ਗੁਰਮੁਖੋ ਇੱਕ ਨਗਰ ਵਸਿਆ। ਪੈਸਾ ਸਭ ਕੁਛ ਨਹੀਂ, ਭਾਵਨਾ ਸਭ ਕੁਛ ਆ। ਤੇ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ ਕਿ ਭਾਈ ਦਾਨਿਆ ਜਿਸ ਤਰ੍ਹਾਂ ਕਿ ਮਾਝੇ ਦੀ ਸਿੱਖੀ ਭਾਈ ਮਹਾਂ ਸਿੰਘ ਨੇ ਰੱਖੀ ਸੀ ਨਾ, ਟੁੱਟੀ ਗੰਢੀ, ਉੱਥੇ ਅੱਜ ਗੁਰਦੁਆਰਾ ਸਾਹਿਬ ਬਣਿਆ ਟੁੱਟੀ ਗੰਢੀ ਸਾਹਿਬ, ਜਿੱਥੇ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਭਾਈ ਮਹਾਂ ਸਿੰਘ ਨੇ ਲਈਆਂ। ਤੇ ਭਾਈ ਦਾਨਿਆ ਤੂੰ ਮਾਲਵੇ ਦੀ ਸਿੱਖੀ ਰੱਖ ਲਈ ਆ। ਜੇਕਰ ਸ਼ਰੀਕੀ ਭਾਈਚਾਰੀ ਕੁੱਲ ਦੀ ਰੀਤੀ ਦੇ ਨਾਲ ਤੂੰ ਤਨਖਾਹ ਲੈ ਲੈਂਦਾ ਤੇ ਅੱਜ ਅਸੀਂ ਮਾਲਵੇ ਚੋਂ ਸਿੱਖੀ ਖਤਮ ਕਰ ਦੇਣੀ ਸੀ। ਗੁਰਮੁਖੋ ਗੁਰੂ ਸਭ ਕੁਝ ਦਿੰਦਾ। ਜਿਸ ਗੁਰੂ ਨੇ ਆਪਣੇ ਪੰਥ ਤੋਂ ਸਾਰਾ
ਪਰਿਵਾਰ ਹੀ ਕੁਰਬਾਨ ਕਰ ਦਿੱਤਾ, ਉਹ ਗੁਰੂ ਨੂੰ ਆਪਾਂ ਕਿਵੇਂ ਭੁੱਲਾਂਗੇ। ਪਰ ਅੱਜ ਵੀ ਤੁਸੀਂ ਬਹੁਤਾਤ, ਸਾਰੇ ਤਾਂ ਨਹੀਂ, ਬਹੁਤਾਤ ਗਿਣਤੀ ਵਿੱਚ ਰਾਗੀ, ਢਾਡੀ, ਕਵੀਸ਼ਰ, ਗ੍ਰੰਥੀ ਸਿੰਘ ਤੁਹਾਨੂੰ ਰੋਂਦੇ ਨਜ਼ਰ ਆਉਣਗੇ ਕਿ ਕੁਛ ਨਹੀਂ ਬਣਿਆ, ਕੁਛ ਨਹੀਂ ਮਿਲਿਆ, ਪਰਿਵਾਰ ਦਾ ਕਿਵੇਂ ਗੁਜ਼ਾਰਾ ਹੋਊ। ਤੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਗੁਰਮੁਖਾ ਪਿਆਰਿਆ, ਤੂੰ ਚਿੰਤਾ ਨਾ ਕਰ। ਇਹ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਦੀ ਪ੍ਰਾਲਬਧ ਬਣਾਈ ਆ, ਸਾਰੀ ਸ੍ਰਿਸ਼ਟੀ ਦਾ ਇੱਕ ਰਿਜ਼ਕ ਲਿਖਿਆ। ਜਿਸ ਪਰਮੇਸ਼ਰ ਨੇ ਮੂੰਹ ਦਿੱਤਾ, ਪੰਛੀ ਨੂੰ ਚੁੰਝ ਦਿੱਤੀ ਹੈ। ਗੁਰਮੁਖੋ, ਸਿੱਖ ਦੀ ਸੋਚ ਇੱਕ ਪੰਛੀ ਵਾਲੀ ਹੋਣੀ ਚਾਹੀਦੀ ਆ। ਪੰਛੀ ਚੋਗਾ ਚੁਗਦੇ ਆ ਪਰ ਆਪਣੇ ਪੱਲੇ ਨਹੀਂ ਕਦੇ ਬਣਦੇ। ਤੇਜ ਬੁੱਧੀ ਵਾਲਾ ਮਨੁੱਖ ਆਪਣੇ ਪੱਲੇ ਸਦਾ ਵਾਸਤੇ ਰਿਜ਼ਕ ਬਣਦਾ ਨਹੀਂ, ਇਕੱਠਾ ਕਰਦਾ। ਮੇਰੇ ਪੁੱਤ ਖਾਣਗੇ, ਮੇਰੇ ਪੋਤਰੇ ਖਾਣਗੇ, ਜਦੋਂ ਖਾਇਆ ਕਰਨਗੇ ਮੈਨੂੰ ਯਾਦ ਕਰਿਆ ਕਰਨਗੇ। ਤੇ ਸੱਚੇ ਪਾਤਸ਼ਾਹ ਮਾਇਆ ਦੇ ਨਾਲ ਸਾਡਾ ਲਗਾਇਆ। ਸਭ ਕੁਝ ਅਸੀਂ ਮਾਇਆ ਨੂੰ ਸਮਝਦੇ ਹਾਂ ਕਿ ਸਭ ਕੁਝ ਪੈਸਾ ਹੈ। ਗੁਰਮੁਖੋ, ਸਭ ਕੁਝ ਪੈਸਾ ਨਹੀਂ। ਪੈਸੇ ਦੇ ਨਾਲ ਜ਼ਰੂਰਤ ਆਪਣੀ ਪੂਰੀ ਕਰ ਸਕਦੇ ਹਾਂ, ਪਰ ਇਹ ਵੀ ਨਹੀਂ ਕਿ ਪੈਸੇ ਨੂੰ ਸਭ ਕੁਝ ਸਮਝਣਾ। ਤੇ ਸੱਚੇ ਪਾਤਸ਼ਾਹ, ਛੇਵੇਂ ਪਾਤਸ਼ਾਹ ਦੇ ਦਰ ਤੇ ਇੱਕ ਘਾਈ ਸਿੱਖ ਆਇਆ ਸੀ, ਤੇ ਘਾਈ ਸਿੱਖ ਨੇ ਕੀ ਭੇਟਾ ਮੱਥਾ ਟੇਕਿਆ? ਇੱਕ ਪੈਸਾ। ਤੇ ਇੱਕ ਪੈਸਾ ਸੀ, ਉਹ ਪ੍ਰੇਮ ਸੀ। ਪ੍ਰੇਮ ਦੇ ਬਦਲੇ ਸੱਚੇ ਪਾਤਸ਼ਾਹ ਨੇ ਬਹੁਤ ਜ਼ਿਆਦਾ ਬਖਸ਼ਾਂ ਉਸ ਘਾਈ ਸਿੱਖ ਤੇ ਕੀਤੀਆਂ ਸਨ। ਇਸੇ ਤਰ੍ਹਾਂ ਆਪਣੀ ਭਾਵਨਾ ਹੋਣੀ ਚਾਹੀਦੀ ਆ। ਸੱਚੇ ਪਾਤਸ਼ਾਹ ਨੇ ਸਾਨੂੰ ਭਾਵਨਾ ਬਖਸ਼ੀ ਆ, ਉਦਮ ਬਖਸ਼ਿਆ। ਸੱਚੇ ਪਾਤਸ਼ਾਹ ਨੇ ਉਤਸ਼ਾਹ ਬਖਸ਼ਿਆ ਅੰਮ੍ਰਿਤ ਵੇਲੇ ਦਾ। ਇਸ਼ਨਾਨ ਅੰਮ੍ਰਿਤ ਵੇਲੇ ਦਾ ਨਿਤਨੇਮ, ਅੰਮ੍ਰਿਤ ਵੇਲੇ ਦੀ ਸੰਗਤ ਵੈਸੀ ਬਖਸ਼ਿਸ਼ ਕੀਤੀ ਆ। ਤੇ ਸੱਚੇ ਪਾਤਸ਼ਾਹ ਹੋਰ ਵੀ ਕਿਰਪਾ ਕਰਨਾ। ਕਿਸ ਤਰ੍ਹਾਂ? ਉਠਤ ਬੈਠਤ ਸੋਚ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਸਾਡਾ ਇਹੋ ਜਿਹਾ ਜ਼ਿੰਦਗੀ ਦਾ ਆਧਾਰ ਬਣ ਜਾਵੇ। ਕਿਹੋ ਜਿਹਾ? ਹਾਥ ਪਾਮ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਦੇ ਨਾਲ ਆਪਣੀ ਕਿਰਤ ਕਰੀਏ, ਹੱਥਾਂ ਪੈਰਾਂ ਦੇ ਨਾਲ ਗੁਰੂ ਦੇ ਦਰ ਤੇ ਚੱਲ ਕੇ ਆਈਏ, ਹੱਥਾਂ ਪੈਰਾਂ ਦੇ ਨਾਲ ਗੁਰੂ ਦੇ ਦਰ ਤੇ ਆ ਕਰਕੇ ਸੇਵਾ ਕਰੀਏ ਚੀਤ ਨਿਰੰਜਨ ਨਾਲ। ਤੇ ਜਿਹੜਾ ਚੇਤਿਆ ਉਹ ਮਾਇਆ ਤੋਂ ਪਰੇ ਹੋ ਕਰਕੇ ਆਪਣੇ ਗੁਰੂ ਦੇ ਨਾਲ ਜੁੜਿਆ ਰਵੇ, ਗੁਰੂ ਨੂੰ ਕਦੇ ਵਾਸਤੇ ਭੁੱਲੇ ਨਾ। ਇਸੇ ਸੰਬੰਧ ਵਿੱਚ ਸਿੱਧਾਂ ਨੇ ਸਵਾਲ ਕੀਤਾ ਤੇ ਸੱਚੇ ਪਾਤਸ਼ਾਹ ਨੇ ਸਿੱਧਾਂ ਦੀ ਸੋਚ ਤੋਂ ਪਰੇ ਹੋ ਕਰਕੇ ਸਰਬੱਤ ਦੇ ਭਲੇ ਵਾਸਤੇ ਸੱਚੇ ਪਾਤਸ਼ਾਹ ਜੀ ਨੇ 30ਵੀਂ ਪੌੜੀ ਸ਼੍ਰੀ ਜਪਜੀ ਸਾਹਿਬ ਦੀ ਪਾਵਨ ਗੁਰਬਾਣੀ ਅੰਦਰ ਸਰਬੱਤ ਦੇ ਭਲੇ ਵਾਸਤੇ ਸਾਂਝਾ ਉਪਦੇਸ਼ ਦਿੰਦੇ ਆ। ਆਓ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ, ਮਨ ਚਿੱਤ ਬਿਰਤੀ ਨੂੰ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਨਾਲ ਜੋੜ ਕੇ ਸਰਵਣ ਕਰਕੇ ਹੋਰ ਵੀ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਕਾ ਮਾਈ ਜੁਗਤ ਵਿਆਈ। ਸਿੱਧਾਂ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਜੇ ਚਰਨ ਕਮਲਾਂ ਪਾਸ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਜਿਹੜਾ ਸਾਡਾ ਸਿੱਧਾਂ ਜੋਗੀਆਂ ਨਾਥਾਂ ਦਾ ਮਤ ਆ, ਇਹ ਸ੍ਰਿਸ਼ਟੀ ਦੀ ਪੈਦਾਇਸ਼ ਜਾਂ ਮਾਈ ਪਾਰਬਤੀ ਨੂੰ ਮੰਨਦਾ। ਪਾਰਬਤੀ ਤੋਂ ਹੀ ਸ੍ਰਿਸ਼ਟੀ ਦੀ ਪੈਦਾਇਸ਼ ਮੰਨਦਾ। ਉਹਦਾ ਕਾਰਨ ਇਹ ਹੈ ਕਿ ਜਦੋਂ ਸ਼ਿਵ ਜੀ ਦਾ ਮਨ ਚਲਾਈਮਾਨ ਹੋਇਆ ਸੀ,
ਉਹਦਾ ਬਿੰਦ, ਉਹਦਾ ਧਾਤੂ ਪਾਣੀ ਵਿੱਚ ਗਿਰਿਆ, ਪਾਣੀ ਵਿੱਚ ਡਿੱਗਾ, ਮੱਛੀ ਨੇ ਨਿਗਲ ਲਿਆ। ਉਹਨਾਂ ਦਾ ਮਤ ਕਹਿੰਦਾ ਸਾਡਾ ਨਹੀਂ। ਮੱਛੀ ਨੇ ਨਿਗਲ ਲਿਆ ਤੇ ਮੱਛੀ ਦੇ ਪੇਟ ਤੋਂ ਮਛਿੰਦਰਨਾਥ ਜੋਗੀਆਂ ਦਾ ਗੁਰੂ ਪੈਦਾ ਹੋਇਆ। ਇਸ ਕਰਕੇ ਬਿੰਦ ਧਾਤੂ ਸ਼ਿਵ ਜੀ ਦਾ, ਉਹਦੇ ਤੋਂ ਜੋਗੀਆਂ ਦਾ ਗੁਰੂ ਮਛਿੰਦਰਨਾਥ ਪੈਦਾ ਹੋਇਆ, ਜਿੱਥੋਂ ਜੋਗੀਆਂ ਦੀ ਪਰੰਪਰਾ ਚੱਲੀ ਆ। ਮਾਈ ਫਿਰ ਪਾਰਵਤੀ ਨੂੰ ਮੰਨਦੇ ਆ, ਅਸੀਂ ਮਾਈ ਪਾਰਵਤੀ ਨੂੰ ਮੰਨਦੇ ਆ, ਤੇ ਪਾਰਵਤੀ ਤੋਂ ਸਾਰੀ ਸ੍ਰਿਸ਼ਟੀ ਦੀ ਪੈਦਾਇਸ਼ ਹੋਈ ਆ। ਇਹ ਸੱਚੇ ਪਾਤਸ਼ਾਹ ਸਾਡਾ ਇੱਕ ਮਤ ਆ। ਤੇ ਆਪ ਜੀ ਮਾਈ ਕਿਹਨੂੰ ਮੰਨਦੇ ਆ? ਆਪ ਜੀ ਦੇ ਕਥਨ ਅਨੁਸਾਰ ਸ੍ਰਿਸ਼ਟੀ ਦੀ ਪੈਦਾਇਸ਼ ਕਿਵੇਂ ਹੋਈ ਆ, ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਦੱਸਣਾ ਕਰੋ। ਸਿੱਧਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸੱਚੇ ਪਾਤਸ਼ਾਹ ਜੀ ਨੇ ਸਰਬੱਤ ਦੇ ਭਲੇ ਵਾਸਤੇ ਇੱਕ ਸਾਂਝਾ ਉਪਦੇਸ਼ ਦਿੰਦਾ ਹੈ। ਗੁਰਮੁਖੋ, ਜਿਹੜਾ ਗੁਰੂ ਸ਼ਬਦ ਆ, ਦੋ ਅੱਖਰਾਂ ਤੇ ਦੋ ਮਾਤਰਾਂ ਦੇ ਸੁਮੇਲ ਨਾਲ ਬਣਦਾ ਹੈ। ਗੱਗਾ ਤੇ ਗੱਗੇ ਨੂੰ ਔਂਕੜ ਤੇ ਰਾਰਾ ਤੇ ਰਾਰੇ ਨੂੰ ਦਲੈਂਕੜੇ ਗੁਰੂ। ਗੁਰੂ ਕਿਹਨੂੰ ਕਹਿੰਦੇ ਆ? ਗੋ ਨਾਮ ਆ ਹਨੇਰੇ ਦਾ ਤੇ ਰੂ ਨਾਮ ਆ ਪ੍ਰਕਾਸ਼ ਦਾ। ਆਪਣੇ ਸਿੱਖ ਨੂੰ ਜਿਹੜਾ ਜਾਂ ਆਪਣੇ ਦਰ ਤੇ ਕੋਈ ਸਵਾਲੀ ਆਉਂਦਾ ਹੈ, ਉਹਦੇ ਅਗਿਆਨਤਾ ਦੇ ਹਨੇਰੇ ਨੂੰ ਕੱਟ ਕਰਕੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦੇਵੇ, ਗੁਰਮੁਖਾਂ ਨੂੰ ਗੁਰੂ ਕਹਿੰਦੇ ਆ। ਪਰ ਅੱਜ ਵਰਤਮਾਨ ਸਮੇਂ ਦੇ ਅੰਦਰ ਧਰਤੀ ਦੇ ਉੱਪਰ ਅਨੇਕਾਂ ਗੁਰੂ ਆ, ਪਰ ਦੰਭੀ ਤੇ ਪਖੰਡੀ ਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਅਵਤਾਰ ਧਾਰਨ ਤੋਂ ਪਹਿਲਾਂ ਇੱਕ ਨਾਨੂ ਨਾਮ ਦਾ ਵਿਦਵਾਨ ਸੀ। ਉਹ ਆਪਣੇ ਆਪ ਨੂੰ ਨਾਨਕ ਅਖਵਾਉਂਦਾ ਸੀ। ਉਹਨੇ ਭਿਖਤ ਪ੍ਰਾਨ ਪੜ੍ਹਿਆ ਸੀ। ਭਿਖਤ ਪ੍ਰਾਨ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਦਾ ਜ਼ਿਕਰ ਆਉਂਦਾ ਹੈ। ਉਹ ਨਾਨਕ ਬਣ ਕਰਕੇ ਦੁਨੀਆ ਦੇ ਲੋਕਾਂ ਤੋਂ ਆਪਣੀ ਪੂਜਾ ਕਰਾਉਂਦਾ ਸੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਨਾਲ ਜਦੋਂ ਨਾਨੂ ਪੰਡਤ ਵਿਦਵਾਨ ਦਾ ਮਿਲਾਪ ਹੋਇਆ ਤੇ ਉਹ ਹਾਰਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਪਰਥਾਏ ਨਾਨੂ ਨੇ ਆਪ ਕਿਹਾ ਕਿ ਮੈਂ ਨਾਨਕ ਨਹੀਂ, ਮੈਂ ਨਾਨੂ ਆ। ਇਹਨਾਂ ਦਾ ਪੇਕ, ਇਹਨਾਂ ਦਾ ਨਾਂ ਲੈ ਕੇ ਮੈਂ ਠੱਗੀਆਂ ਮਾਰਦਾ ਰਿਹਾ। ਜਿਸ ਤਰ੍ਹਾਂ ਕਿ ਮਾਲਵੇ ਦੀ ਧਰਤੀ ਤੇ ਛੇਵੇਂ ਪਾਤਸ਼ਾਹ ਨੇ ਇੱਕ ਭਿਆਨਕ ਸੱਪ ਦਾ ਉਧਾਰ ਕੀਤਾ ਸੀ। ਆਪਣੇ ਚਰਨ ਛੁਹਾਏ ਸਨ, ਉਹਦਾ ਸਰੀਰ ਪਾਟਿਆ ਤੇ ਸਰੀਰ ਵਿੱਚੋਂ ਅਣਗਿਣਤ ਛੋਟੇ ਛੋਟੇ ਕਰਮ ਨਿਕਲੇ ਸਨ। ਆਤਮਾ ਨਿਕਲੀ ਲਦਾਈ ਕੇ ਨਗਰ ਦੀ। ਗੁਰਮੁਖੋ, ਇਹ ਘਟਨਾ ਤੇ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਹ ਕੀ ਕੌਤਕ ਆ? ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਇਹ ਆਪਣੇ ਆਪ ਦੱਸੇਗਾ ਕਿ ਮੈਂ ਕੌਣ ਆ। ਆਪਣੇ ਆਪ ਉਸ ਆਤਮਾ ਨੇ ਜ਼ਿਕਰ ਕੀਤਾ ਕਿ ਪਿਛਲੇ ਜਨਮ ਦੇ ਵਿੱਚ ਮੈਂ ਪਖੰਡੀ ਗੁਰੂ ਸੀ। ਇਹ ਜਿਹੜੇ ਕੀੜੇ ਕਰਮ ਮੇਰੇ ਸਰੀਰ ਵਿੱਚ ਪਏ ਆ, ਮੇਰੇ ਚੇਲੇ ਸਨ ਪਿਛਲੇ ਜਨਮ ਦੇ ਵਿੱਚ, ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਮੈਂ ਸਮਰੱਥ ਗੁਰੂ ਆ, ਤੁਹਾਡੀ ਮੁਕਤੀ ਕਰਾਂਗਾ। ਤੇ ਸੱਚੇ ਪਾਤਸ਼ਾਹ, ਮੈਂ ਤੇ ਮੁਕਤ ਆਪ ਨਹੀਂ ਹੋਇਆ ਤੇ ਇਹਨਾਂ ਨੂੰ ਮੁਕਤ ਕਿਵੇਂ ਕਰਾਂਗਾ? ਮੈਂ ਸੱਪ ਦੀ ਜੂਨ ਪਿਆ। ਇਹ ਮੇਰੇ ਜਿਹੜੇ ਚੇਲੇ ਸਨ, ਛੋਟੇ ਛੋਟੇ ਕਰਮ ਬਣ ਕੇ ਮੇਰਾ ਮਾਸ ਨੋਚਦੇ, ਮੇਰਾ ਮਾਸ ਖਾਂਦੇ ਆ। ਇਹ ਮੈਂ ਲੇਖਾ ਦੇਣਾ। ਤੇ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕੀਤੀ, ਆਪ ਜੀ ਦਾ ਪਵਿੱਤਰ ਚਰਨ ਛੋ ਗਿਆ ਤੇ ਸੱਚੇ ਪਾਤਸ਼ਾਹ ਮੈਨੂੰ ਮੁਕਤੀ ਦੀ ਦਾਤ ਪ੍ਰਾਪਤ ਹੋਈ। ਤੇ ਸੱਚੇ ਪਾਤਸ਼ਾਹ ਨਾਨੂ ਤੋਂ ਨਿਵਰਤ ਕਰਾਇਆ ਦੁਨੀਆ ਦੇ ਲੋਕਾਂ ਨੂੰ ਕਿ ਭਾਈ ਇਹ ਨਾਨੂ ਆ, ਇਹ ਨਾਨਕ ਨਹੀਂ। ਨਾਨਕ ਨਿਰੰਕਾਰੀ ਇੱਕੋ ਆ, ਉਹਦੇ ਵਰਗਾ ਕੋਈ ਦੂਜਾ ਨਹੀਂ।
ਪਿਛਲੇ ਸਮੇਂ ਵਿੱਚ ਵੀ ਤੇ ਹੁਣ ਵੀ, ਆਉਣ ਵਾਲੇ ਸਮੇਂ ਵਿੱਚ ਵੀ ਗੁਰਮੁਖੋ ਪਖੰਡੀ ਗੁਰੂ ਬਣਨਗੇ, ਪਰ ਦੁਨੀਆ ਨੂੰ ਮੁਕਤ ਨਹੀਂ ਕਰ ਸਕਣਗੇ। ਸਮਰੱਥ ਉਹ ਗੁਰੂ ਹੁੰਦਾ ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਕੱਟ ਕਰਕੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦੇਵੇ, ਉਹਨੂੰ ਗੁਰਮੁਖੋ ਗੁਰੂ ਕਹਿੰਦੇ ਆ। ਸੁਖਮਨੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸੱਚੇ ਪਾਤਸ਼ਾਹ ਨੇ ਸਾਡਾ ਅਗਿਆਨਤਾ ਦਾ ਹਨੇਰਾ ਦੂਰ ਕੀਤਾ, ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕੀਤਾ, ਸਾਨੂੰ ਸੋਝੀ ਬਖਸ਼ੀ ਹੈ ਕਿ ਸਿੱਖਾਂ ਦਾ ਦੇਹਧਾਰੀ ਗੁਰੂ ਨਹੀਂ, ਸਿੱਖਾਂ ਦਾ ਸ਼ਬਦ ਗੁਰੂ ਆ। ਦਾਸ ਉਹਨਾਂ ਨੇ ਸਰਗੁਣ ਸਰੂਪ ਧਾਰਨ ਕਰਕੇ ਦਸਾਂ ਪਾਤਸ਼ਾਹੀਆਂ ਦੇ ਜੋ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਤਖਤ ਉੱਪਰ ਬਿਰਾਜਮਾਨ ਕੀਤਾ। ਸਿੱਧ ਲੋਕੋ, ਸਾਡੇ ਮਤ ਅਨੁਸਾਰ ਮਾਈ ਨਾਮ ਹੈ ਮਾਤਾ ਦਾ। ਉਸ ਪਰਮੇਸ਼ਰ ਨੇ ਮਾਇਆ ਪੈਦਾ ਕੀਤੀ ਆ, ਪਰਮੇਸ਼ਰ ਦੇ ਹੁਕਮ ਅਨੁਸਾਰ ਮਾਇਆ ਪੈਦਾ ਹੋਈ ਆ। ਏਕਾ ਮਾਈ, ਏਕਾ ਨਾਮ ਹੈ ਇੱਕ ਦਾ, ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਮਾਇਆ ਪੈਦਾ ਕੀਤੀ ਹੈ। ਉਹੀ ਸਾਡੀ ਮਾਤਾ ਹੈ, ਉਹੀ ਸਾਡਾ ਪਿਤਾ ਹੈ। ਪਾਵਨ ਗੁਰਬਾਣੀ ਦੇ ਬਚਨ ਹਨ, ਏਕ ਪਿਤਾ ਏਕ ਸਕੇ ਹਮ ਬਾਰਕ, ਤੋ ਮੇਰਾ ਗੁਰ ਹਾਈ, ਸੁਣ ਮੀਤਾ ਜੀਉ ਹਮਾਰਾ ਬਲ ਬਲ ਜਸੇ, ਹਰ ਦਰਸ਼ਨ ਦੇਹੋ ਦਿਖਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਉ ਕੇਹਾ ਕਾੜਾ ਜੀਉ, ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਣਾ। ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਹੀ ਸਾਡੇ ਪਿਤਾ ਹੈ, ਇਹੀ ਸਾਡੇ ਮਾਤਾ ਹੈ, ਇਹੀ ਸਾਡੇ ਰਿਸ਼ਤੇਦਾਰ ਆ, ਇਹੀ ਸਾਡੇ ਸੱਜਣ ਮਿੱਤਰ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਸਭ ਕੁਝ ਹੀ ਹੈ। ਗੁਰਮੁਖੋ, ਮਾਂ ਨੂੰ ਪਿਓ ਨਹੀਂ ਕਹਿ ਸਕਦੇ ਤੇ ਪਿਓ ਨੂੰ ਮਾਂ ਨਹੀਂ ਕਹਿ ਸਕਦੇ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਮਾਤਾ ਵੀ ਆ, ਸਾਡੇ ਪਿਤਾ ਵੀ ਆ। ਮਾਤਾ ਦਾ ਕੰਮ ਕੀ ਹੁੰਦਾ? ਬੱਚੇ ਦੀ ਪਰਵਰਿਸ਼ ਕਰਨੀ, ਰੋਟੀ ਪਾਣੀ ਖਵਾਉਣਾ, ਸੇਵਾ ਕਰਨੀ। ਤੇ ਪਿਤਾ ਦਾ ਕੰਮ ਕੀ ਹੁੰਦਾ? ਬੱਚੇ ਦੀ ਰਖਵਾਲੀ ਕਰਨੀ। ਸੱਚੇ ਪਾਤਸ਼ਾਹ ਸਾਨੂੰ ਰਿਜ਼ਕ ਵੀ ਦਿੰਦੇ ਆ ਤੇ ਸਾਡੀ ਰਖਵਾਲੀ ਵੀ ਕਰਦੇ ਆ। ਸਾਡੇ ਸੱਜਣ ਮਿੱਤਰ, ਜਿਸ ਤਰ੍ਹਾਂ ਕਿ ਬੰਦਾ ਸੱਜਣਾ ਮਿੱਤਰਾਂ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰ ਲੈਂਦਾ ਹੈ, ਤੇ ਸੱਚੇ ਪਾਤਸ਼ਾਹ ਸਾਡੇ ਸੱਜਣ ਮਿੱਤਰ ਵੀ ਆ। ਜਿਹੜੀ ਗੱਲ ਵਿਚਾਰ ਆਪਣੇ ਭੈਣ ਭਰਾ ਮਾਤਾ ਪਿਤਾ ਦੇ ਨਾਲ ਜੀਵ ਨਹੀਂ ਕਰਦਾ, ਉਹ ਗੱਲਾਂ ਗੁੱਝੇ ਭੇਦ ਗੁੱਝੀਆਂ ਵਿਚਾਰਾਂ ਆਪਣੇ ਸੱਜਣਾ ਦੇ ਨਾਲ ਕਰ ਲੈਂਦਾ ਹੈ। ਤੇ ਸੱਚੇ ਪਾਤਸ਼ਾਹ ਸਾਡੇ ਸੱਜਣ ਵੀ ਆ ਤੇ ਸਾਡੇ ਮਿੱਤਰ ਵੀ ਆ। ਤੇ ਗੁਰਮੁਖੋ, ਦੁਨੀਆ ਦੇ ਸੱਜਣ ਮਿੱਤਰ ਗਰੀਬੀ ਮੁਸੀਬਤ ਪੈਣ ਤੋਂ ਯਾਰਾਨਾ ਮਿੱਤਰਤਾ ਛੱਡ ਦਿੰਦੇ ਆ, ਤੇ ਸੱਚੇ ਪਾਤਸ਼ਾਹ ਮੁਸੀਬਤ ਪੈਣ ਤੇ ਵੀ ਯਾਰੀ ਮਿੱਤਰਤਾ ਸੱਜਣ ਤਾਈ ਛੱਡਦੇ ਨਹੀਂ। ਪਾਵਨ ਗੁਰਬਾਣੀ ਦੇ ਬਚਨ, ਸੁਣ ਮੀਤ ਹਮਾਰੇ ਸੱਜਣਾ, ਇੱਕ ਕਰੋ ਬੇਨੰਤੀਆ। ਸੱਚੇ ਪਾਤਸ਼ਾਹ ਤੂੰ ਸਾਡਾ ਸੱਜਣ ਵੀ ਆ, ਸਾਡਾ ਮਿੱਤਰ ਵੀ ਆ। ਤੇ ਮਿੱਤਰਾਂ ਦੇ ਪਰਥਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਗੱਲੀ ਸੋ ਸੱਜਣ ਵੀ ਏਕ ਟੁਡੇਂਦੀ ਨਾ ਲਹਾ। ਤੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਆ ਕਿ ਸੱਜਣ ਕਿਹੋ ਜਿਹੇ ਬਣਾਉਣੇ ਆ, ਸੱਜਣ ਕਿਹੋ ਜਿਹੇ ਹੋਣੇ ਚਾਹੀਦੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਨਾਨਕ ਕਚੜਿਆਂ ਸੋ ਤੋੜ, ਢੂੰਡ ਸੱਜਣ ਸੰਤ ਪੱਕਿਆ, ਓਏ ਜੀਵਨ ਦੇ ਵਿਛੜੇ, ਓਏ ਮੋਇਆ ਨਾ ਜਾਹੀ ਛੋੜਾ।
ਸਜਣ ਪੱਕਾ ਬਣਾਈ, ਜਿਹੜਾ ਤੈਨੂੰ ਮਰੇ ਨੂੰ ਵੀ ਨਾ ਛੱਡੇ। ਤੇ ਉਹ ਸੱਜਣ ਕਿਹੜਾ ਹੈ? ਭੱਟ ਸਾਹਿਬਾਨ ਸੋਈਏ ਪਾਵਨ ਗੁਰਬਾਣੀ ਅੰਦਰ ਸਾਨੂੰ ਸਮਝਾਉਂਦੇ ਹੋਏ ਕਥਨ ਕਰਦੇ, ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੂ। ਉਹ ਸੱਚਾ ਸੱਜਣਿਆ ਲੋਕ ਤੇ ਪਰਲੋਕ ਵਿੱਚ ਸਾਡੀ ਸਹਾਇਤਾ ਕਰਨ ਵਾਲਾ ਇਹ ਸਿੱਧ ਲੋਕੋ, ਉਹ ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਆ, ਉਹੀ ਸਾਡੀ ਮਾਈ ਆ, ਉਹੀ ਸਾਡਾ ਪਿਤਾ। ਏਕਾ ਮਾਈ, ਉਸ ਅਕਾਲ ਪੁਰਖ ਵਾਹਿਗੁਰੂ ਨੇ ਮਾਇਆ ਪੈਦਾ ਕੀਤੀ, ਮਾਇਆ ਪ੍ਰਗਟ ਕੀਤੀ ਆ। ਏਕਾ ਮਾਈ ਜੁਗਤ ਵਿਆਈ, ਜਿਸ ਤਰ੍ਹਾਂ ਕਿ ਪਰਿਵਾਰ ਵਿੱਚ ਬੱਚੀ ਦਾ ਜਨਮ ਹੁੰਦਾ, ਜਨਮ ਤੋਂ ਬਾਅਦ ਉਹ ਜਵਾਨ ਹੁੰਦੀ ਆ, ਜਵਾਨ ਤੋਂ ਬਾਅਦ ਉਹਦਾ ਆਨੰਦ ਕਾਰਜ ਆਪਣੀ ਧਰਮ ਦੀ ਰੀਤੀ ਅਨੁਸਾਰ ਕੀਤਾ ਜਾਂਦਾ ਤੇ ਉਹਦੇ ਤੋਂ ਗਾ ਪਦੈਸ਼ ਹੁੰਦੀ ਹੈ, ਸੰਸਾਰ ਦੀ ਉਤਪਤੀ ਹੁੰਦੀ ਆ। ਤੇ ਸੱਚੇ ਪਾਤਸ਼ਾਹ ਨੇ ਸਿੱਧ ਲੋਕਾਂ ਨੂੰ ਸਮਝਾਇਆ, ਜੁਗਤ ਵਿਆਹੀ, ਉਹ ਜੁਗਤੀ ਦੇ ਨਾਲ ਪਰਮੇਸ਼ਰ ਦੇ ਨਾਲ ਜੁੜੀ, ਉਹਦਾ ਸੰਬੰਧ ਹੋਇਆ, ਪਰਸੂਤਾ ਭਾਵ ਨੂੰ ਪ੍ਰਾਪਤ ਹੋਈ ਆ। ਏਕਾ ਮਾਈ ਜੁਗਤ ਵਿਆਹੀ, ਉਹ ਜੁਗਤੀ ਦੇ ਨਾਲ ਪਰਮੇਸ਼ਰ ਦੇ ਨਾਲ ਜੁੜੀ, ਉਹ ਪਰਸੂਤਾ ਭਾਵ ਨੂੰ ਪ੍ਰਾਪਤ ਹੋਈ ਹੈ। ਸਿੱਧ ਲੋਕੋ, ਜਿਸ ਤਰ੍ਹਾਂ ਕਿ ਹਿੰਦੂ ਮਤ ਦੇ ਅੰਦਰ ਤਿੰਨ ਚੇਲੇ ਵਾਹਿਗੁਰੂ, ਤਿੰਨ ਦੇਵਤੇ ਮੰਨੇ ਜਾਂਦੇ ਆ। ਬਰਮਾ ਸ੍ਰਿਸ਼ਟੀ ਦੀ ਪੈਦਾ ਕਰਦਾ, ਪਦੈਸ਼ ਕਰਦਾ। ਵਿਸ਼ਨੂੰ ਸ੍ਰਿਸ਼ਟੀ ਦੀ ਪਾਲਣਾ ਕਰਦਾ। ਸ਼ਿਵ ਜੀ ਇਹ ਸ੍ਰਿਸ਼ਟੀ ਦੀ ਲੈਤਾ ਕਰਦਾ। ਇਹ ਤਿੰਨ ਚੇਲੇ ਆ ਵਾਹਿਗੁਰੂ, ਇਹ ਤਿੰਨ ਦੇਵਤੇ ਆ, ਤਿੰਨਾਂ ਨੂੰ ਸਾਰਿਆਂ ਤੋਂ ਪ੍ਰਮੁੱਖ ਮੰਨਿਆ ਜਾਂਦਾ। ਬਰਮਾ ਪਦੈਸ਼ ਕਰਦਾ, ਵਿਸ਼ਨੂੰ ਪਾਲਣਾ ਕਰਦਾ, ਸ਼ਿਵ ਜੀ ਲੈਤਾ ਕਰਦਾ। ਸਿੱਧ ਲੋਕੋ, ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਆ, ਉਹੀ ਸਾਡੀ ਮਾਈ, ਉਹੀ ਸਾਡਾ ਪਿਤਾ। ਉਸ ਅਕਾਲ ਪੁਰਖ ਵਾਹਿਗੁਰੂ ਨੇ ਮਾਇਆ ਪੈਦਾ ਕੀਤੀ, ਪ੍ਰਗਟ ਕੀਤੀ, ਪਰਸੂਤਾ ਭਾਵ ਨੂੰ ਪ੍ਰਾਪਤ ਹੋਈ ਪਰਮੇਸ਼ਰ ਦੇ ਨਾਲ ਜੁੜ ਕਰਕੇ। ਤਿੰਨ ਚੇਲੇ ਪਰਵਾਨ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਫਿਰ ਤਿੰਨ ਗੁਣ, ਉਸ ਮਾਇਆ ਤੋਂ ਅੱਗੇ ਤਿੰਨ ਗੁਣ ਪੈਦਾ ਹੋਇਆ। ਪਹਿਲਾ ਗੁਣ ਹੈ ਰਜੋ ਗੁਣ, ਸ੍ਰਿਸ਼ਟੀ ਦੀ ਪੈਦਾ ਕਰਨੀ। ਸਤੋ ਗੁਣ, ਸ੍ਰਿਸ਼ਟੀ ਦੀ ਪਾਲਣਾ ਕਰਨੀ। ਤੇ ਤਮੋ ਗੁਣ, ਸ੍ਰਿਸ਼ਟੀ ਦੀ ਲੈਤਾ ਕਰਨੀ। ਤਿੰਨ ਚੇਲੇ ਪ੍ਰਵਾਨ, ਇਹ ਤਿੰਨ ਮਾਇਆ ਦੇ ਗੁਣ ਆ। ਰਜੋ ਗੁਣ ਸ੍ਰਿਸ਼ਟੀ ਦੀ ਪਦੈਸ਼, ਸਤੋ ਗੁਣ ਸ੍ਰਿਸ਼ਟੀ ਦੀ ਪਾਲਣਾ, ਤਮੋ ਗੁਣ ਸ੍ਰਿਸ਼ਟੀ ਦੀ ਲੈਤਾ ਕਰਨੀ। ਗੁਰਮੁਖੋ, ਇਹ ਤਿੰਨਾਂ ਗੁਣਾਂ ਦੇ ਵਿੱਚ ਸ੍ਰਿਸ਼ਟੀ ਜੰਮਦੀ ਆ, ਤਿੰਨਾਂ ਗੁਣਾਂ ਵਿੱਚ ਰਹਿੰਦੀ ਤੇ ਤਿੰਨਾਂ ਗੁਣਾਂ ਵਿੱਚ ਮਰ ਜਾਂਦੀ ਆ। ਆਮ ਤੌਰ ਤੇ ਕੋਈ ਸਾਧੂ ਮਹਾਤਮਾ ਦਾ ਡੇਰਾ ਹੁੰਦਾ, ਉਹਦੇ ਬਾਅਦ ਉਹਦਾ ਨਾਂ ਲਿਖ ਕਰਕੇ ਤੇ ਗੁਰਮੁਖੋ 108 ਲਿਖਿਆ ਹੁੰਦਾ। ਤੇ 108 ਦਾ ਮਤਲਬ ਕੀ ਹੁੰਦਾ ਹੈ? 27 ਗੁਰਮੁਖੋ ਨਛੱਤਰ ਹੁੰਦੇ ਆ। 27 ਨਛੱਤਰਾਂ ਦੇ ਵਿੱਚ ਸ੍ਰਿਸ਼ਟੀ ਜੰਮਦੀ ਤੇ 27 ਨਛੱਤਰਾਂ ਵਿੱਚ ਰਹਿੰਦੀ ਤੇ 27 ਨਛੱਤਰਾਂ ਵਿੱਚ ਮਰਦੀ ਆ। ਇੱਕ ਇੱਕ ਨਛੱਤਰ ਦੇ ਅੱਗੇ 4-4 ਪੁੱਤਰ ਲਾ ਲਓ, 4-4 ਹਿੱਸੇ ਲਾ ਲਓ ਤੇ 27 ਨੂੰ 4 ਦੇ ਨਾਲ ਗੁਣਾ ਕਰੀਏ, ਗਿਣਤੀ 108 ਬਣਦੀ ਆ। ਇੱਕ ਨਛੱਤਰ ਦੇ 4-4 ਵਰਨਿਆ, ਜੇਕਰ 27 ਨੂੰ 4 ਨਾਲ ਗੁਣਾ ਕਰੀਏ ਤੇ ਗੁਰਮੁਖੋ ਗਿਣਤੀ 108 ਬਣਦੀ ਆ। ਜਿਸ ਪ੍ਰਾਣਾਧਾਰੀ ਜੀਵ ਦਾ 27 ਨਛੱਤਰਾਂ, ਉਹਦੇ 4-4 ਵਰਨਾਂ ਦਾ ਕੋਈ ਵੀ ਅਸਰ ਨਹੀਂ, ਨਾ ਚੰਗੇ ਦਾ ਨਾ ਮਾੜੇ ਦਾ, ਉਹਨੂੰ ਗੁਰਮੁਖੋ 108 ਕਿਹਾ ਜਾਂਦਾ ਕਿ 108 ਇਹ ਬ੍ਰਹਮ ਗਿਆਨੀ ਆ। ਪਰ ਸਾਡੇ ਵਰਗਾ ਭਾਵੇਂ ਪਦਾਰਥ ਭੋਗਦਾ ਦੁਨੀਆ ਤੋਂ ਤੁਰ ਜਾਵੇ ਤੇ ਮਰਨ ਤੋਂ ਬਾਅਦ ਉਹਦੇ ਨਾਲ 108 ਲੱਗ ਜਾਂਦਾ।
ਇਸੇ ਤਰ੍ਹਾਂ 27 ਨਛੱਤਰ, ਉਹਦੇ 4-4 ਵਰਨਾਂ ਦਾ ਕੋਈ ਵੀ ਅਸਰ ਨਹੀਂ ਤੇ ਗਿਣਤੀ 108। ਇਹਦੇ ਵਿੱਚ ਮਾਇਆ ਦੇ 3 ਗੁਣ ਜੋੜ ਦਈਏ ਤੇ ਗਿਣਤੀ ਗੁਰਮੁਖੋ 111 ਬਣ ਜਾਂਦੀ ਆ। ਤੇ ਕਈਆਂ ਦੇ ਨਾਂ ਦੇ ਨਾਲ 111 ਲਿਖਿਆ ਹੁੰਦਾ। 27 ਨਛੱਤਰਾਂ ਦਾ, 4-4 ਵਰਨਾਂ ਦਾ, 3 ਗੁਣਾਂ ਦਾ ਜਿਸ ਪ੍ਰੇਮੀ ਤੇ ਸਾਧੂ ਮਹਾਤਮਾ ਤੇ ਕੋਈ ਵੀ ਅਸਰ ਨਹੀਂ, ਗੁਰਮੁਖੋ ਉਹਨੂੰ 111 ਬ੍ਰਹਮ ਗਿਆਨੀ ਕਿਹਾ ਜਾਂਦਾ। ਤੇ ਸੱਚੇ ਪਾਤਸ਼ਾਹ ਨੇ ਇਹ 3 ਗੁਣ ਪੈਦਾ ਕੀਤੇ। ਰਜੋ ਗੁਣ ਸ੍ਰਿਸ਼ਟੀ ਨੂੰ ਪੈਦਾ ਕਰਨਾ, ਸਤੋ ਗੁਣ ਸ੍ਰਿਸ਼ਟੀ ਦੀ ਪਾਲਣਾ ਕਰਨੀ ਤੇ ਤਮੋ ਗੁਣ ਸ੍ਰਿਸ਼ਟੀ ਦੀ ਲੈਤਾ ਕਰਦਾ। ਇਹ 3 ਗੁਣ ਅਕਾਲ ਪੁਰਖ ਵਾਹਿਗੁਰੂ ਨੇ ਮਾਇਆ ਤੋਂ ਪੈਦਾ ਕੀਤੇ ਹਨ। ਇੱਕ ਸੰਸਾਰੀ ਇੱਕ ਭੰਡਾਰੀ। ਇੱਕ ਸੰਸਾਰੀ ਰਜੋ ਗੁਣ ਸੰਸਾਰ ਦੀ ਪੈਦਾਇਸ਼ ਕਰਦਾ, ਇਹ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਆ। ਇੱਕ ਭੰਡਾਰੀ ਬਣ ਕਰਕੇ ਪਰਮੇਸ਼ਰ ਦੀ ਸ਼ਕਤੀ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਦੀ ਹੈ। ਇੱਕ ਲਾਏ ਦੀ ਬਾਣ। ਇੱਕ ਲਾਏ ਦੀ ਬਾਣ, ਇੱਕ ਪਰਮੇਸ਼ਰ ਦੀ ਸ਼ਕਤੀ ਸਾਰੀ ਸ੍ਰਿਸ਼ਟੀ ਦੀ ਉਲੈਤਾ ਕਰਦੀ ਹੈ। ਜਿਵ ਤਿਸ ਭਾਵੈ ਤਿਵੈ ਚਲਾਵੈ। ਪਰ ਜਿਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੂੰ ਭਾਉਂਦਾ, ਜਿਸ ਤਰ੍ਹਾਂ ਚੰਗਾ ਲੱਗਦਾ ਤਿਵੇਂ ਚਲਾਵੈ, ਉਸੇ ਤਰ੍ਹਾਂ ਇਹਨਾਂ 3 ਸ਼ਕਤੀਆਂ ਨੂੰ, 3 ਗੁਣਾਂ ਨੂੰ ਚਲਾਉਂਦਾ ਹੈ। ਜਿਵ ਹੋਵੈ ਫੁਰਮਾਨ। ਜਿਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦਾ ਫਰਮਾਨ ਹੁਕਮ ਹੁੰਦਾ ਹੈ, ਉਹਦੇ ਹੁਕਮ ਤੋਂ ਬਾਹਰ ਨਹੀਂ। ਆਪਾਂ ਪਿੱਛੇ ਜਪਜੀ ਸਾਹਿਬ ਦੀ ਪਾਵਨ ਗੁਰਬਾਣੀ ਅੰਦਰ ਪੜ੍ਹ ਕਰਕੇ ਆਏ ਆ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਸਭ ਕੁਛ ਜੋ ਕੁਛ ਵੀ ਹੁੰਦਾ ਹੈ ਪਰਮੇਸ਼ਰ ਦੇ ਭਾਣੇ, ਪਰਮੇਸ਼ਰ ਦੇ ਹੁਕਮ ਵਿੱਚ ਹੁੰਦਾ, ਪਰਮੇਸ਼ਰ ਦੇ ਹੁਕਮ ਤੋਂ ਬਾਹਰ ਨਹੀਂ। ਜੀਵ ਕਦੇ ਵੀ ਨਹੀਂ ਜਾ ਸਕਦਾ। ਉਹਦੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਆ। ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅਨੁਸਾਰ ਸ੍ਰਿਸ਼ਟੀ ਰਹਿੰਦੀ ਆ। ਉਹਦੇ ਹੁਕਮ ਤੋਂ ਬਿਨਾਂ ਗੁਰਮਖੋ ਦੁਨੀਆ ਦੇ ਉੱਪਰ ਕੋਈ ਵੀ ਪੱਤਾ ਨਹੀਂ ਝੁੱਲ ਸਕਦਾ, ਪੱਤਾ ਨਹੀਂ ਹਿੱਲ ਸਕਦਾ। ਤੇ ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਬਚਨ ਕਰਦੇ ਆ ਕਿ ਜਿਵੇਂ ਹੋਵੇ ਫਰਮਾਨ, ਜਿਸ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੁੰਦਾ ਹੈ, ਉਹ ਵੇਖੈ ਉਹਨਾਂ ਨਦਰ ਨਾ ਆਵੇ। ਉਹ ਵੇਖੈ ਅਕਾਲ ਪੁਰਖ ਵਾਹਿਗੁਰੂ ਇਹਨਾਂ 3 ਗੁਣਾਂ ਨੂੰ, 3 ਸ਼ਕਤੀਆਂ ਨੂੰ ਦੇਖਦਾ। ਹਰ ਇੱਕ ਜੀਵ ਜੰਤੂ ਨੂੰ ਉਹ ਦੇਖਦਾ। ਜੀਵ ਦੇ ਹਮੇਸ਼ਾ ਮਨ ਵਿੱਚ ਹੁੰਦਾ ਕਿ ਮੈਨੂੰ ਕੋ ਦੇਖਦਾ ਨਹੀਂ। ਜੇਕਰ ਬੰਦੇ ਦੇ ਮਨ ਵਿੱਚ ਇਹ ਆ ਜਾਵੇ ਕਿ ਪਰਮੇਸ਼ਰ ਮੈਨੂੰ ਦੇਖਦਾ ਹੈ ਤੇ ਕਦੇ ਆਪਣੀ ਜ਼ਿੰਦਗੀ ਵਿੱਚ ਬੁਰਾ ਕਰਮ ਨਾ ਕਰੇ, ਪਾਪ ਨਾ ਕਰੇ। ਉਹ ਵੇਖੈ ਪਾਵਨ ਗੁਰਬਾਣੀ ਦੇ ਬਚਨ ਹਨ, ਸਦ ਸੁਣਦਾ ਸਦ ਪੇਖਦਾ ਕਿਉ ਮੁੱਕਰ ਪਿਆ ਜਾਏ। ਗੁਰਮੁਖਾਂ ਤੈਨੂੰ ਦੇਖਦਾ ਵੀ ਆ, ਤੈਨੂੰ ਸੁਣਦਾ ਵੀ ਆ। ਜੇਕਰ ਉਹ ਤੈਨੂੰ ਦੇਖਦਾ, ਉਹਨੇ ਤੈਨੂੰ ਚੰਗੇ ਮਾੜੇ ਕਰਮ ਕਰਦੇ ਨੇ ਦੇਖਿਆ। ਤੇਰੇ ਚੰਗੇ ਮਾੜੇ ਕਰਮ ਕਰਦੇ ਨੂੰ ਤੈਨੂੰ ਉਹਨੇ ਸੁਣਿਆ ਵੀ ਆ। ਯਾਦ ਰੱਖੀ, ਉਹਦੇ ਕੋਲੋਂ ਕਦੇ ਮੁੱਕਰ ਨਹੀਂ ਸਕੇਗਾ। ਕਿਸੇ ਮਨੁੱਖ ਨੂੰ ਆਪਾਂ ਚੰਗਾ ਜਾਂ ਮਾੜਾ ਕੰਮ ਕਰਦੇ ਦੇਖਿਆ ਹੋਵੇ ਨਾ, ਆਪਾਂ ਨੂੰ ਮੁੱਕਰਨ ਨਹੀਂ ਦਿੰਦੇ। ਆਪਾਂ ਨੂੰ ਉਹ ਦਿਨ, ਉਹ ਤਰੀਕ, ਉਹ ਸਮਾਂ, ਉਹ ਜਗ੍ਹਾ ਯਾਦ ਕਰਾ ਦੇਣੇ ਕਿ ਆਹ ਵਾਰ ਸੀ, ਇੰਨੀ ਤਰੀਕ ਸੀ ਤੇ ਆਹ ਟਾਈਮ ਸੀ ਤੇ ਇਹ ਜਗ੍ਹਾ ਤੂੰ ਫਲਾਨੀ ਆਹ ਕੰਮ ਕੀਤਾ। ਮੁੱਕਰ ਨਹੀਂ ਸਕਦਾ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਤੇਰੇ ਅੰਦਰ ਵਸਦਾ, ਤੇਰੇ ਅੰਦਰ ਰਹਿੰਦਾ, ਤੈਨੂੰ ਵੇਖਦਾ ਵੀ ਆ, ਤੈਨੂੰ ਸੁਣਦਾ ਵੀ ਆ। ਤੇ ਗੁਰਮੁਖਾ ਤੂੰ ਉਹਦੇ ਕੋਲੋਂ ਕਦੇ ਵਾਸਤੇ
ਮੁੱਕਰ ਨਹੀਂ ਸਕਦਾ। ਉਹ ਵੇਖੈ ਉਹ ਤਿੰਨਾਂ ਸ਼ਕਤੀਆਂ ਜਾਂ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਆਪ ਆਪਣੀ ਨਿਗਾਹ ਅੰਦਰ ਰੱਖ ਕੇ ਦੇਖਦਾ ਹੈ। ਉਹਨਾਂ ਨਦਰ ਨਾ ਆਵੈ, ਪਰ ਅਕਾਲ ਪੁਰਖ ਵਾਹਿਗੁਰੂ ਇਹਨਾਂ ਤਿੰਨਾਂ ਸ਼ਕਤੀਆਂ ਨੂੰ ਨਦਰ, ਉਹ ਦ੍ਰਿਸ਼ਟਿਆ ਤੇ ਅਕਾਲ ਪੁਰਖ ਵਾਹਿਗੁਰੂ ਦ੍ਰਿਸ਼ਟ ਹੈ, ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਹੈ। ਬਹੁਤਾ ਇਹੋ ਵਿਡਾਨ, ਇਹ ਬਹੁਤਾ ਉਹਦੇ ਵਿੱਚ ਵਡਾਣ ਆ। ਜਿਸ ਤਰ੍ਹਾਂ ਕਿ ਵੱਡੀ ਚੀਜ਼ ਹੁੰਦੀ ਹੈ ਨਾ, ਆਪਾਂ ਇੱਕ ਪਾਸੇ ਖਲੋ ਕਰਕੇ ਉਹਦਾ ਇੱਕ ਪਾਸਾ ਦੇਖ ਸਕਦੇ ਆ, ਪਰ ਤਿੰਨ ਪਾਸਿਆਂ ਤੋਂ ਆਪਾਂ ਅਣਜਾਣ ਹੁੰਨੇ ਆ ਵੀ ਪਿਛਲੇ ਪਾਸੇ ਕੀ ਹੈ। ਕੋਈ ਬਿਲਡਿੰਗ ਬਣੀ ਆ, ਉਹਦੇ ਸਾਹਮਣੇ ਖਲੋ ਕਰਕੇ ਆਪਾਂ ਇੱਕ ਪਾਸਾ ਦੇਖ ਸਕਦੇ ਆ, ਪਰ ਤਿੰਨ ਪਾਸੇ ਨਹੀਂ ਦੇਖ ਸਕਦੇ। ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸਮਝਾਉਂਦੇ ਬਹੁਤਾ ਇਹੋ ਵਡਾਣ ਆ, ਉਹ ਅਕਾਲ ਪੁਰਖ ਬਹੁਤਿਆਂ ਤੋਂ ਵੀ ਬਹੁਤਾ ਹੈ, ਅਚਰਜ ਤੋਂ ਵੀ ਅਚਰਜ ਆ, ਵੱਡਿਆਂ ਤੋਂ ਵੀ ਵੱਡਾ ਹੈ। ਤੇ ਸੱਚੇ ਪਾਤਸ਼ਾਹ ਉਹ ਅਚਰਜ ਆ, ਇਹਨਾਂ ਤਿੰਨਾਂ ਸ਼ਕਤੀਆਂ ਨੂੰ ਦੇਖਦਾ, ਦ੍ਰਿਸ਼ਟਿਆ, ਪਰ ਉਹ ਅਕਾਲ ਪੁਰਖ ਵਾਹਿਗੁਰੂ ਜੀ ਉਹ ਦ੍ਰਿਸ਼ਟ ਹੈ, ਉਹ ਅਚਰਜ ਹੈ, ਕਿਸੇ ਦੀ ਨਿਗਾਹ ਵਿੱਚ ਨਹੀਂ ਆਉਂਦਾ ਹੈ। ਆਦੇਸ ਤਿਸੈ ਆਦੇਸ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਾਡੀ ਸਦਾ ਵਾਸਤੇ ਨਮਸਕਾਰ ਹੈ। ਆਦ ਅਨੀਲ ਅਨਾਦ ਅਨਾਹਤ, ਆਦ ਸਾਰਿਆਂ ਦਾ ਉਹ ਮੋਢਿਆ, ਅਨੀਲ ਗਿਣਤੀ ਤੋਂ ਰਹਿਤਿਆ। ਜਿਸ ਤਰ੍ਹਾਂ ਕਿ ਗਿਣਤੀ ਵਿੱਚ ਸਾਰੀਆਂ ਚੀਜ਼ਾਂ ਹੁੰਦੀਆਂ, ਇੱਕ ਕਿਤਾਬ ਲਿਖੀ ਹੁੰਦੀ ਆ, ਉਹਦੇ ਪੰਨੇ ਗਿਣਤੀ ਵਿੱਚ ਹੁੰਦੇ ਆ। ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਜਾਣਾ ਹੋਵੇ, ਉਹਦੀ ਵੀ ਗਿਣਤੀ ਕਿਲੋਮੀਟਰ ਦੀ ਜਾਂ ਮੀਲਾਂ ਦੀ ਹੁੰਦੀ ਆ। ਇਸੇ ਤਰ੍ਹਾਂ ਹਰ ਇੱਕ ਚੀਜ਼ ਜਿਹੜੀ ਆ ਉਹ ਗਿਣਤੀ ਵਿੱਚ ਆ, ਲੇਖੇ ਵਿੱਚ ਆ। ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਆ। ਨੀਲ ਇੱਕ ਗਿਣਤੀ ਆ ਤੇ ਅਨੀਲ ਬੇਸ਼ੁਮਾਰ। ਸ਼ੁਮਾਰ ਗਿਣਤੀ ਨੂੰ ਕਹਿੰਦੇ ਤੇ ਬੇਸ਼ੁਮਾਰ ਅਣਗਿਣਤ ਨੂੰ, ਜਿਹਦੀ ਕੋਈ ਵੀ ਗਿਣਤੀ ਨਹੀਂ। ਸਿੱਧ ਲੋਕੋ ਆਦ ਅਨੀਲ ਉਹ ਸਾਰਿਆਂ ਦਾ ਮੁੱਢ ਰੂਪ ਆ। ਅਨੀਲ ਬੇਸ਼ੁਮਾਰ ਆ, ਉਹਦੀ ਕੋਈ ਗਿਣਤੀ ਨਹੀਂ। ਅਨਾਦ ਉਹ ਨਾਦੀ ਆ। ਅਨਾਹਤ ਉਹਦੀ ਕੋਈ ਹੱਦ ਨਹੀਂ। ਜਿਸ ਤਰ੍ਹਾਂ ਕਿ ਦੇਸ਼ਾਂ ਦੀਆਂ, ਪਿੰਡਾਂ ਦੀਆਂ, ਘਰਾਂ ਦੀਆਂ ਹੱਦਾਂ ਹੁੰਦੀਆਂ, ਅਕਾਲ ਪੁਰਖ ਵਾਹਿਗੁਰੂ ਦੀ ਕੋਈ ਵੀ ਹੱਦ ਨਹੀਂ, ਉਹ ਹੱਦ ਤੋਂ ਰਹਿਤ ਹੈ। ਜੁਗ ਜੁਗ ਏਕੋ ਵੇਸ, ਜੁਗ ਜੁਗ ਚਾਰਾਂ ਖਾਣੀਆਂ ਦੇ ਵਿੱਚ ਜੁਗ ਜੁਗ ਉੱਤਮ, ਮੱਧਮ, ਨੀਚ ਤੇ ਕਨਿਸ਼ਟ ਸਾਰਿਆਂ ਦੇ ਵਿੱਚ ਉਹਨੇ ਆਪਣੇ ਵੇਸ ਨੂੰ ਧਾਰਨ ਕੀਤਾ ਹੈ। ਇਹ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਆਪਾਂ ਸਾਰਿਆਂ ਨੇ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕੀਤੀ ਹੈ। ਦਾਸ ਪਾਸੋਂ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਏਕ ਨਹੀਂ ਅਨੇਕ ਹੀ ਪ੍ਰਕਾਰ ਦੀਆਂ ਬੇਅੰਤ 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 ਭੁੱਲਾਂ ਤਰੁੱਟੀਆਂ ਜ਼ਰੂਰ ਹੋਈਆਂ ਹੋਣਗੀਆਂ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੇ ਗੁਰੂ ਕੀ ਖਾਲਸਾ ਸਾਧ ਸੰਗਤ ਨੇ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ, ਅੱਗੇ ਵਾਸਤੇ ਸਮਤ ਬਖਸ਼ਣੀ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ। ਪੜ੍ਹੀ ਗੁਰਬਾਣੀ, ਕੀਰਤਨ, ਕਥਾ ਵਿਚਾਰ ਦਾ ਮਹਾਤਮ ਆਪਣੇ ਸਾਰੇ ਹੀ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਉਣ, ਤਾਂ ਕਿ ਆਪਣਾ ਸਾਰਿਆਂ ਦਾ ਇਹ ਲੋਕ ਸੁਖੀਏ ਪਰਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਨੂੰ ਆਪਾਂ ਸਾਰੇ ਪ੍ਰਾਪਤ ਕਰ ਸਕੀਏ ਜੀ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।